ਏਕਾਧਿਕਾਰ ਵਿੱਚ ਕੀਮਤ ਤੇ ਉਤਪਾਦਨ ਦਾ ਨਿਰਧਾਰਨ ਕਿੱਦਾਂ ਹੁੰਦਾ ਹੈ? ਕਿੱਦਾਂ ਇੱਕ ਜਿਹੜਾ ਆਪਣਾ ਪ੍ਰੋਡਿਊਸਰ ਹੈ ਉਹ ਆਪਣੀ ਆਊਟਪੁੱਟ ਨੂੰ ਕਿੱਥੋਂ ਤੱਕ ਪ੍ਰੋਡਿਊਸ ਕਰੇ ਤਾਂ ਜੋ ਉਹਨੂੰ ਪ੍ਰੋਫਿਟ ਹੋਵੇ ਜ਼ਿਆਦਾ ਤੋਂ ਜ਼ਿਆਦਾ, ਠੀਕ ਹੈ। ਤੇ ਅੱਜ ਅਸੀਂ ਦੇਖਾਂਗੇ ਮਾਰਕੀਟ ਸਟਰਕਚਰਸ ਦੇ ਵਿੱਚ ਜਿਹੜੇ ਡਿਫਰੈਂਟ ਟਾਈਪਸ ਆਫ ਫਰਮ ਸੀਗੀਆਂ, ਜਿਵੇਂ ਕਿ ਪਰਫੈਕਟ ਕੰਪੀਟੀਸ਼ਨ, ਮੋਨੋਪੋਲੀ, ਮੋਨੋਪੋਲਿਸਟਿਕ, ਓਲੀਗੋਪੋਲੀ, ਠੀਕ ਹੈ। ਤੇ ਉਸ ਦੇ ਵਿੱਚ ਮੋਨੋਪੋਲੀ ਦੇ ਬਾਰੇ ਪੜਾਂਗੇ ਕਿ ਮੋਨੋਪੋਲੀ ਕਿਹੜੀ ਮਾਰਕੀਟ ਹੈ, ਤੇ ਮੋਨੋਪੋਲੀ ਦੇ ਵਿੱਚ ਜਿਹੜੀ ਪ੍ਰਾਈਸ ਹੈ ਉਹ ਕੌਣ ਫਿਕਸ ਕਰਦਾ ਹੈ, ਪ੍ਰਾਈਸ ਡਿਟਰਮੀਨੇਸ਼ਨ ਕਿੱਦਾਂ ਹੁੰਦੀ ਹੈ, ਤੇ ਆਊਟਪੁੱਟ ਡਿਟਰਮੀਨੇਸ਼ਨ ਕਿੱਦਾਂ ਹੁੰਦੀ ਹੈ, ਤੇ ਕਿੱਥੋਂ ਤੱਕ ਜਿਹੜਾ ਇੱਕ ਪ੍ਰੋਡਿਊਸਰ ਇੱਕ ਫਰਮ ਹੈ ਜੋ ਪ੍ਰੋਡਕਸ਼ਨ ਕਰਦੀ ਹੈ ਉਹ ਆਪਣੀ ਆਊਟਪੁੱਟ ਨੂੰ ਵਧਾ ਸਕਦੀ ਹੈ, ਜਿਸ ਨਾਲ ਉਹਨੂੰ ਮੈਕਸਿਮਮ ਕੀ ਹੁੰਦਾ ਹੈ, ਪ੍ਰੋਫਿਟ ਹੁੰਦਾ ਹੈ। ਤੇ ਕਿਸ ਤਰ੍ਹਾਂ ਕਾਸਟ ਦੇ ਥਰੂ ਜਿਹੜੀ ਪ੍ਰਾਈਸ ਆ ਉਹਨੂੰ ਫਿਕਸ ਕਰਦੀ ਹੈ। ਤੇ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮੋਨੋਪੋਲੀ ਹੁੰਦੀ ਕੀ ਹੈ। मोनोपोली मार्केट स्ट्रक्चर की टाइप है, ठीक है। परफेक्ट कंपटीशन, मोनोपोलिस्टिक एंड मोनोपोली, ओलिगोपोली, ड्यूपोली। ये 5 मार्केट स्ट्रक्चर्स ਦੇ ਵਿੱਚ ਜਿਹੜੇ 5 टाइप्स ऑफ मार्केट्स ਨੇ ਉਹਨਾਂ ਦੇ ਵਿੱਚੋਂ ਇੱਕ ਹੈ मोनोपोली। ਤਾਂ मोनोपोली ਕਹਿੰਦੇ ਕੀ? ਤਾਂ ਅਸੀਂ ਦੇਖਦੇ ਹਾਂ ਕਿ मोनोपोली अंग्रेजी भाषा ਦਾ ਸ਼ਬਦ मोनोपोली ਦੇ ਦੋ ਸ਼ਬਦਾਂ ਦੇ ਸਮੂਹ अर्थात मोनो ਅਤੇ पॉली ਤੋਂ ਬਣਿਆ ਹੈ। मोनो ਦਾ अर्थ है सिंगल अर्थात एक फर्म, ਅਤੇ ਪੋਲੀ ਦਾ ਅਰਥ ਹੈ ਨਿਯੰਤਰਣ। ਤਾਂ ਤੁਸੀਂ ਦੇਖ ਸਕਦੇ ਹੋ ਮੋਨੋਪੋਲੀ, ਮੋਨੋ ਦਾ ਮਤਲਬ ਸਿੰਗਲ ਕੀਆ ਤੇ ਪੋਲੀ ਦਾ ਮਤਲਬ ਫਰਮ, ਇੱਕ ਸਿੰਗਲ ਫਰਮ। ਮਾਰਕੀਟ ਦੇ ਵਿੱਚ ਕਹਿੰਦੇ ਜਦੋਂ ਜਿਹੜੀਆਂ ਗੁੱਡਸ ਹੁੰਦੀਆਂ ਨੇ ਇੱਕ ਡਿਫਰੈਂਟ ਟਾਈਪ ਆਫ ਗੁੱਡ ਹੁੰਦੀ ਆ ਤੇ ਉਹਨੂੰ ਸਿਰਫ ਇੱਕੋ ਤਰ੍ਹਾਂ ਦੀ ਫਰਮ ਆ ਜਿਹੜੀ ਉਹ ਪ੍ਰੋਡਿਊਸ ਕਰਦੀ ਹੈ ਤੇ ਇੱਕੋ ਫਰਮ ਸੇਲ ਕਰਦੀ ਹੈ, ਦੈਟ ਇਜ਼ ਕਾਲਡ ਮੋਨੋਪੋਲੀ। ਤਾਂ ਉਹਨੂੰ ਆਪਾਂ ਮੋਨੋਪੋਲੀ ਕਹਿ ਦਿੰਦੇ ਆ ਕਿ ਮਾਰਕੀਟ ਦੇ ਵਿੱਚ ਇਸ ਫਰਮ ਦੀ ਕੀ ਆ, ਮੋਨੋਪੋਲੀ ਹੈ। ਇਹ ਫਰਮ ਇਹ ਗੁੱਡ ਨੂੰ ਪ੍ਰੋਡਿਊਸ ਕਰਦੀ ਹੈ ਤੇ ਇਹੀ ਫਰਮ ਇਸ ਗੁੱਡ ਨੂੰ ਪ੍ਰੋਡਿਊਸ ਕਰ ਸਕਦੀ ਹੈ ਤੇ ਸੇਲ ਕਰਦੀ ਹੈ, ਠੀਕ ਹੈ। ਦੈਟ ਇਜ਼ ਕਾਲਡ ਮੋਨੋਪੋਲੀ। ਜਦੋਂ ਬਾਜ਼ਾਰ ਦੇ ਵਿੱਚ ਸਿਰਫ ਇੱਕੋ ਫਰਮ ਹੋਵੇ ਜੋ ਆਪਣੀ ਇੱਕ ਗੁੱਡ ਦੀ ਪ੍ਰੋਡਕਸ਼ਨ ਕਰਦੀ ਹੈ ਤੇ ਉਸ ਨੂੰ ਸੇਲ ਕਰਦੀ ਹੈ ਤੇ ਉਹਦਾ ਜਿਹੜਾ ਨਜ਼ਦੀਕੀ ਕੰਪੀਟੀਟਰ ਹੈ ਕੋਈ ਵੀ ਨਹੀਂ ਹੁੰਦਾ, ਤੇ ਜਿਹੜੇ ਗੁੱਡਸ ਉਹ ਸੇਲ ਕਰਦੀ ਹੈ ਹੋਮੋਜੀਨੀਅਸ ਗੁੱਡ ਨਹੀਂ ਹੁੰਦੀ, ਔਰ ਡਿਫਰੈਂਟ ਗੁੱਡਸ ਹੁੰਦੀ ਹੈ ਜਿਹਦੇ ਉਹਨੇ ਪੇਟੈਂਟ ਤੇ ਲਾਇਸੈਂਸ ਲਿੱਤਾ ਹੁੰਦਾ ਹੈ। ਤਾਂ ਲੇਕਿਨ ਜਿਹੜੇ ਮਾਰਕੀਟ ਦੇ ਵਿੱਚ ਬਾਇਰਸ ਨੇ ਉਹ ਬਹੁਤ ਜ਼ਿਆਦਾ ਹੁੰਦੇ, ਠੀਕ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਇੱਕ ਸਿੰਗਲ ਫਰਮ ਦਾ ਮਾਰਕੀਟ ਦੇ ਵਿੱਚ ਆਪਣੀ ਪ੍ਰੋਡਕਸ਼ਨ ਤੇ ਨਿਯੰਤਰਣ ਹੁੰਦਾ ਹੈ, ਦੈਟ ਇਜ਼ ਕਾਲਡ ਮੋਨੋਪੋਲੀ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇਸ ਫਰਮ ਦੀ ਮਾਰਕੀਟ ਦੇ ਵਿੱਚ ਇਸ ਪ੍ਰੋਡਕਟ ਤੇ ਕੀ ਹੈ, ਮੋਨੋਪੋਲੀ ਹੈ। ਉਸ ਤੋਂ ਬਾਅਦ ਪਰਿਭਾਸ਼ਾ ਦੇਖੋ, ਏਕਾਧਿਕਾਰ ਬਾਜ਼ਾਰ ਦੀ ਉਹ ਅਵਸਥਾ ਹੈ ਜਿਸ ਵਿੱਚ ਕਿਸੇ ਵਸਤੂ ਦਾ ਕੇਵਲ ਇੱਕ ਹੀ ਵਿਕਰੇਤਾ ਹੁੰਦਾ ਹੈ। ਉਹ ਜਿਸ ਵਸਤੂ ਦਾ ਉਤਪਾਦਨ ਕਰਦਾ ਹੈ ਉਸ ਦੇ ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦੇ, ਹੋਰ ਫਰਮਾਂ ਦੇ ਪ੍ਰਵੇਸ਼ ਉੱਤੇ ਰੋਕ ਹੁੰਦੀ ਹੈ। ਜਿਵੇਂ ਕਿ ਇਸ ਤੋਂ ਪਹਿਲਾਂ ਤੁਸੀਂ ਪਰਫੈਕਟ ਕੰਪੀਟੀਸ਼ਨ ਪੜ੍ਹਿਆ ਸੀਗਾ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਹੁੰਦਾ ਹੈ, ਬਹੁਤ ਸਾਰੀਆਂ ਫਰਮਾਂ ਹੁੰਦੀਆਂ ਨੇ, ਬਹੁਤ ਸਾਰੇ ਪ੍ਰੋਡਿਊਸਰਸ ਹੁੰਦੇ ਨੇ ਤੇ ਬਹੁਤ ਸਾਰੇ ਬਾਇਰਸ ਹੁੰਦੇ ਨੇ, ਠੀਕ ਹੈ। ਤੇ ਜਿਹੜੇ ਉਹ ਫਰਮਾਂ ਡਿਫਰੈਂਟ ਜਿਹੜੀਆਂ ਫਰਮਸ ਨੇ ਉਹ ਜਿਹੜੀ ਚੀਜ਼ ਦੀ ਪ੍ਰੋਡਕਸ਼ਨ ਕਰਦੀਆਂ ਨੇ ਤਾਂ ਉਹ ਪ੍ਰੋਡਕਸ਼ਨ ਕੀ ਹੁੰਦੀ ਆ, ਉਹਨਾਂ ਦੇ ਹੋਮੋਜੀਨੀਅਸ ਪ੍ਰੋਡਕਟ ਹੁੰਦੇ ਨੇ, ਉਹਨਾਂ ਦੇ ਜਿਹੜੇ ਪ੍ਰੋਡਕਟਸ ਨੇ ਉਹ ਇੱਕੋ ਤਰ੍ਹਾਂ ਦੇ ਹੁੰਦੇ ਨੇ ਤੇ ਜਿਹੜੀ ਪ੍ਰਾਈਸ ਹੈ ਉਹ ਵੀ ਉਹਨਾਂ ਦੀ ਕੀ ਹੁੰਦੀ ਆ, ਫਿਕਸ ਹੁੰਦੀ ਹੈ, ਜੋ ਕਿ ਇੱਕ ਇੰਡਸਟਰੀ ਫਿਕਸ ਕਰਦੀ ਆ। ਤੇ ਜਿਹੜੀਆਂ ਡਿਫਰੈਂਟ ਫਰਮਸ ਨੇ, ਨਿਊ ਫਰਮਸ ਉਹ ਐਂਟਰ ਵੀ ਕਰ ਸਕਦੀਆਂ ਨੇ ਤੇ ਪੁਰਾਣੀ ਫਰਮਸ ਪਰਫੈਕਟ ਕੰਪੀਟੀਸ਼ਨ ਮਾਰਕੀਟ ਦੇ ਵਿੱਚ ਉਹਨਾਂ ਨੂੰ ਛੱਡ ਕੇ ਵੀ ਜਾ ਸਕਦੀਆਂ ਨੇ ਇੰਡਸਟਰੀ। ਲੇਕਿਨ ਜਿਹੜਾ ਏਕਾਧਿਕਾਰ ਬਾਜ਼ਾਰ ਹੈ ਉਹ ਬਾਜ਼ਾਰ ਦੀ ਅਵਸਥਾ ਹੈ ਜਿਹਦੇ ਵਿੱਚ ਸਿਰਫ ਇੱਕ ਵਿਕਰੇਤਾ ਹੁੰਦਾ ਹੈ, ਉਹੀ ਵਸਤੂ ਦਾ ਉਤਪਾਦਨ ਕਰਦਾ ਹੈ ਜਿਹਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ, ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦਾ। ਅਗਰ ਆਪਾਂ ਉਹ ਫਰਮ ਕਿਸੇ ਗੁੱਡ ਦੀ ਪ੍ਰੋਡਕਸ਼ਨ ਕਰ ਰਹੀ ਹੈ ਤਾਂ ਇਹ ਨਹੀਂ ਹੈਗਾ ਕਿ ਉਹੀ ਗੁੱਡ ਦੇ ਨਾਲ ਦੀ ਆਪਾਂ ਸੇਮ ਗੁੱਡ ਨੂੰ ਬਾਏ ਕਰ ਸਕਦੇ ਹਾਂ ਕਿਸੇ ਹੋਰ ਪ੍ਰੋਡਿਊਸਰਸ ਦੇ ਕੋਲੋਂ, ਕਿਉਂਕਿ ਉਹ ਗੁੱਡ ਸਿਰਫ ਉਹੀ ਪ੍ਰੋਡਿਊਸਰਸ ਦੇ ਕੋਲੋਂ ਮਿਲੇਗੀ ਜਿਸ ਜਿਹੜਾ ਉਸਦਾ ਉਤਪਾਦਨ ਕਰਦਾ ਹੈ, ਜਿਸ ਦੀ ਮੋਨੋਪੋਲੀ ਹੈ ਤੇ ਉਹਦਾ ਕੋਈ ਵੀ ਨਜ਼ਦੀਕੀ ਪ੍ਰਤਿਸਥਾਪਨ ਕਲੋਜ਼ ਸਬਸਟੀਟਿਊਸ਼ਨਸ ਜਿਵੇਂ ਕਿ ਟੀ ਐਂਡ ਕਾਫੀ ਹੁੰਦਾ ਹੈ, ਟੀ ਦੀ ਜਗ੍ਹਾ ਆਪਾਂ ਕਾਫੀ ਲੈ ਦਿੰਦੇ ਇਸ ਤਰ੍ਹਾਂ ਦਾ ਨਹੀਂ ਹੁੰਦਾ ਹੈ। ਤੇ ਹੋਰ ਫਰਮਾਂ ਜਿਹੜੀਆਂ ਨਿਊ ਫਰਮਸ ਨੇ ਮੋਨੋਪੋਲੀ ਦੇ ਵਿੱਚ ਉਹ ਫਰਮਸ ਨਹੀਂ ਆ ਸਕਦੀਆਂ, ਐਂਟਰ ਨਹੀਂ ਕਰ ਸਕਦੀਆਂ, ਤੇ ਜਿਹੜੀਆਂ ਪੁਰਾਣੀ ਫਰਮਸ ਤੇ ਇੱਕੇ ਫਰਮ ਆ ਉਹ ਪੁਰਾਣੀ ਫਰਮ ਛੱਡ ਕੇ ਵੀ ਨਹੀਂ ਜਾ ਸਕਦੀ। ਤਾਂ ਉਹ ਪੁਰਾਣੀ ਫਰਮ ਵੀ ਆਪਣੇ ਜਿਹੜਾ ਉਤਪਾਦਨ ਹੈ, ਪ੍ਰੋਡਕਸ਼ਨ ਹੈ ਉਹਨੂੰ ਕੈਰੀ ਔਨ ਕਰੇਗੀ ਤੇ ਨਿਊ ਫਰਮਸ ਐਂਟਰ ਨਹੀਂ ਹੋ ਸਕਣਗੀਆਂ। ਐਦਾਂ ਨਹੀਂ ਹੈਗਾ ਕਿ ਬਾਜ਼ਾਰ ਦੇ ਵਿੱਚ ਕੋਈ ਨਿਊ ਫਰਮ ਐਂਟਰ ਹੋਈ ਤੇ ਉਹਨੇ ਵੀ ਉਸੇ ਤਰ੍ਹਾਂ ਦਾ ਸੇਮ ਗੁੱਡ ਨੂੰ ਪ੍ਰੋਡਿਊਸ ਕਰਨਾ ਸਟਾਰਟ ਕਰ ਦਿੱਤਾ। ਤਾਂ ਮੋਨੋਪੋਲੀ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਏਗਾ, ਜੋ ਫਰਮ ਜਿਸ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਦੀ ਹੈ ਤਾਂ ਉਹ ਹੀ ਪ੍ਰੋਡਕਸ਼ਨ ਕਰ ਸਕਦੀ ਹੈ, ਹੋਰ ਕੋਈ ਫਰਮ ਨਵੀਂ ਨਹੀਂ ਆ ਸਕਦੀ।
ਇਹ ਤਾਂ ਸੀਗੀ ਆਪਣੀ ਮੋਨੋਪੋਲੀ ਦੀ ਡੈਫੀਨੇਸ਼ਨ। ਨਾਓ ਫੀਚਰਸ ਆਫ ਮੋਨੋਪੋਲੀ, ਕੀ ਜਿਹੜੀ ਆਪਣੀ ਮੋਨੋਪੋਲੀ ਉਹਦੇ ਕੀ ਫੀਚਰਸ ਨੇ। ਦਾ ਫਰਸਟ ਇਜ਼ ਇੱਕ ਵਿਕਰੇਤਾ ਅਤੇ ਖਰੀਦਣ ਵਾਲਿਆਂ ਦੀ ਜ਼ਿਆਦਾ ਸੰਖਿਆ। ਕੀ ਹੁੰਦਾ ਮੋਨੋਪੋਲੀ ਦੇ ਵਿੱਚ? ਓਨਲੀ ਵਨ ਪ੍ਰੋਡਿਊਸਰ, ਸੇਲਸਮੈਨ, ਫਰਮ ਐਂਡ ਜਿਹੜੇ ਬਾਇਰਸ ਹੁੰਦੇ ਨੇ, ਕਿੰਨੇ ਲਾਰਜ ਨੰਬਰ ਆਫ ਬਾਇਰਸ। ਬਾਇਰਸ ਬਹੁਤ ਸਾਰੇ ਹੋ ਸਕਦੇ ਨੇ, ਲੇਕਿਨ ਪ੍ਰੋਡਿਊਸਰ, ਫਰਮ ਤੇ ਸੇਲਸਮੈਨ ਓਨਲੀ ਵਨ। ਤੇ ਉਸ ਤੋਂ ਬਾਅਦ ਨਜ਼ਦੀਕੀ ਪ੍ਰਤਿਸਥਾਪਨ ਦੀ ਕਮੀ। ਕਹਿੰਦੇ ਉਹ ਫਰਮ ਜਿਸ ਗੁੱਡ ਦੀ ਪ੍ਰੋਡਕਸ਼ਨ ਕਰਦੀ ਹੈ, ਉਸ ਗੁੱਡ ਦੇ ਨਾਲ ਕੋਈ ਵੀ ਬਾਜ਼ਾਰ ਦੇ ਵਿੱਚ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ, ਉਸ ਵਸਤੂ ਦਾ ਕੋਈ ਵੀ ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦਾ, ਠੀਕ ਹੈ, ਉਸ ਦੀ ਕਮੀ ਹੁੰਦੀ ਹੈ। ਨਵੀਂ ਫਰਮਾਂ ਦੇ ਪ੍ਰਵੇਸ਼ ਉੱਪਰ ਰੋਕ। ਕਹਿੰਦੇ ਮੋਨੋਪੋਲੀ ਦੇ ਵਿੱਚ ਕੋਈ ਵੀ ਨਿਊ ਫਰਮ ਐਂਟਰ ਨਹੀਂ ਕਰ ਸਕਦੀ, ਤੇ ਪੁਰਾਣੀ ਫਰਮ ਤਾਂ ਇੱਕੋ ਫਰਮ ਹੈ, ਉਹ ਛੱਡ ਕੇ ਜਾਏਗੀ ਨਹੀਂ ਮਾਰਕੀਟ ਨੂੰ, ਕਿਉਂਕਿ ਉਹਦੀ ਮੋਨੋਪੋਲੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਹੈ ਫਰਮਾਂ ਤੇ ਉਦਯੋਗ ਵਿੱਚ ਅੰਤਰ। ਦੇਖੋ ਮੋਨੋਪੋਲੀ ਦੇ ਵਿੱਚ ਇੰਡਸਟਰੀ ਐਂਡ ਫਰਮ ਦੇ ਵਿੱਚ ਕੋਈ ਵੀ ਡਿਫਰੈਂਸ ਨਹੀਂ ਹੁੰਦਾ। ਮਾਰਕੀਟ ਦੇ ਵਿੱਚ ਇੱਕੋ ਫਰਮ ਹੁੰਦੀ ਆ ਤੇ ਉਹੀ ਕੀ ਹੁੰਦੀ ਆ? ਇੰਡਸਟਰੀ ਹੁੰਦੀ ਆ। ਇੱਕੋ ਫਰਮ ਉਹੀ ਇੰਡਸਟਰੀ, ਨੋ ਡਿਫਰੈਂਸ ਬਿਟਵੀਨ ਦਾ ਇੰਡਸਟਰੀ ਐਂਡ ਫਰਮ। ਤਾਂ ਕਹਿੰਦੇ ਜੋ ਆਪਣੇ ਡਿਸੀਜਨਸ ਨੇ ਇੱਕ ਫਰਮ ਇੱਕ ਇੰਡਸਟਰੀ ਲੈ ਸਕਦੀ ਆ, ਤੇ ਜਿਹੜੀ ਇੱਕੋ ਫਰਮ ਹੈ ਉਹੀ ਇੰਡਸਟਰੀ ਹੁੰਦੀ ਆ, ਤਾਂ ਉਹ ਕੀ ਕਰ ਸਕਦੀ ਆ? ਵਸਤੂ ਦੀ ਕੀਮਤ ਦਾ ਨਿਰਧਾਰਨ ਆਪਣੇ ਆਪ ਕਰਦੀ ਆ, ਕਿਉਂਕਿ ਮੋਨੋਪੋਲੀ ਦੇ ਵਿੱਚ ਜਿਹੜੀ ਫਰਮ ਹੈ ਉਹ ਕੀ ਹੁੰਦੀ ਆ? ਪ੍ਰਾਈਸ ਮੇਕਰ ਹੁੰਦੀ ਆ। ਉਹ ਪ੍ਰਾਈਸ ਮੇਕ ਆਪ ਕਰਦੀ ਹੈ, ਨਾ ਕਿ ਪ੍ਰਾਈਸ ਟੇਕ ਕਰਦੀ ਆ। ਉਹ ਆਪਣੇ ਡਿਸੀਜਨਸ ਦੇ ਅਕੋਰਡਿੰਗ ਕੋਈ ਵੀ ਜੋ ਪ੍ਰੋਡਿਊਸਰ ਹੈ ਉਹ ਕੀ ਕਰ ਸਕਦਾ? ਪ੍ਰਾਈਸਿਸ ਨੂੰ ਇਨਕਰੀਜ਼ ਵੀ ਕਰ ਸਕਦਾ, ਪ੍ਰਾਈਸਿਸ ਨੂੰ ਡਿਕਰੀਜ਼ ਵੀ ਕਰ ਸਕਦਾ, ਉਸਦੇ ਪ੍ਰਾਈਸਿਸ ਤੇ ਕੀ ਹੁੰਦਾ? ਫੁੱਲ ਕੰਟਰੋਲ ਹੁੰਦਾ ਹੈ। ਐਂਡ ਉਸ ਤੋਂ ਬਾਅਦ ਕੀਮਤ ਨਿਰਧਾਰਤਮ। ਇਹ ਕੀਮਤ ਨਿਰਧਾਰਤਕ ਜੋ ਇੱਕ ਫਰਮ ਹੈ, ਇੱਕ ਪ੍ਰੋਡਿਊਸਰ ਹੈ, ਉਹਦੇ ਵਿੱਚ ਜੋ ਵੀ ਪ੍ਰੋਡਕਸ਼ਨ ਕਰੇਗਾ ਉਹ ਕੀ ਹੁੰਦਾ? ਉਸ ਵਸਤੂ ਦੀ ਕੀਮਤ ਨੂੰ ਫਿਕਸ ਕਰ ਸਕਦਾ, ਕੀਮਤ ਨੂੰ ਨਿਰਧਾਰਨ ਕਰ ਸਕਦਾ, ਕਿਉਂਕਿ ਇੰਡਸਟਰੀ ਤੇ ਫਰਮਸ ਕੀ ਨੇ? ਸੇਮ ਸੀ। ਤਾਂ ਉਹਦਾ ਆਪਣੀ ਵਸਤੂ ਦੀ ਕੀਮਤ ਤੇ ਕੀ ਹੁੰਦਾ? ਫੁੱਲ ਕੰਟਰੋਲ ਹੁੰਦਾ। ਮਾਰਕੀਟ ਦੇ ਵਿੱਚ ਉਹ ਆਪਣੀ ਵਸਤੂ ਦੀ ਕੀਮਤ ਨੂੰ ਇਨਕਰੀਜ਼ ਡਿਕਰੀਜ਼ ਕਰਦਾ ਹੈ ਡਿਮਾਂਡ ਦੇ ਅਕੋਰਡਿੰਗ। ਤੇ ਇਸ ਤਰ੍ਹਾਂ ਉਹ ਪ੍ਰੋਫਿਟ ਮੈਕਸਿਮਾਈਜੇਸ਼ਨ ਦੇ ਵਿੱਚ ਆ ਸਕਦਾ, ਆਪਣਾ ਪ੍ਰੋਫਿਟ ਇਨਕਰੀਜ਼ ਕਰ ਸਕਦਾ। ਉਸ ਤੋਂ ਬਾਅਦ ਹੇਠਾਂ ਵੱਲ ਢਾਲ ਔਸਤ ਆਮਦਨ ਅਤੇ ਸੀਮਾਂਤ ਆਮਦਨ ਵਗਰ। ਕਹਿੰਦੇ ਜਿਹੜਾ ਆਪਣਾ ਮਾਰਜਨਲ ਰੈਵਨਿਊ ਐਂਡ ਐਵਰੇਜ ਰੈਵਨਿਊ ਕਰਵ ਹੈ ਆਪਣੀ ਮੋਨੋਪੋਲੀ ਦੇ ਵਿੱਚ, ਉਹ ਕੀ ਹੁੰਦੀ ਹੈ? ਲੈਫਟ ਟੂ ਰਾਈਟ ਡਾਊਨਵਰਡ ਹੁੰਦੀ ਹੈ। ਹੇਠਾਂ ਵੱਲ ਨੂੰ ਢਾਲ ਹੁੰਦੀ ਹੈ ਉਹਦੀ, ਹੇਠਾਂ ਵੱਲ ਨੂੰ ਉਹ ਹੁੰਦੀ ਹੈ, ਠੀਕ ਹੈ। ਜਦਕਿ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਦੇਖਿਆ ਹੈ ਕਿ ਜੋ ਵੀ ਆਪਣੀ AR ਤੇ MR ਕਰਵ ਹੈ, ਐਵਰੇਜ ਤੇ ਮਾਰਜਨਲ ਰੈਵਨਿਊ ਕਰਵਸ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਕੀ ਹੁੰਦੀ ਸੀ? ਐਕਸ ਐਕਸਿਸ ਦੇ ਪੈਰਲਲ ਹੁੰਦੀ ਸੀ, ਕਿਉਂਕਿ ਜਿਹੜੀ ਐਵਰੇਜ ਰੈਵਨਿਊ ਕਰਵ ਹੈ, ਇਨਕਮ ਦੀ ਆਪਣੀ ਕਰਵ ਹੈ, ਉਹ ਪ੍ਰਾਈਸ ਤੇ ਇਕੁਅਲ ਹੁੰਦੀ ਆ। AR P MR, ਠੀਕ ਹੈ। ਤੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜਾ ਪ੍ਰਾਈਸ ਆਫ ਫਿਕਸ ਰਹਿੰਦਾ ਹੈ, ਇੱਕ ਇੰਡਸਟਰੀ ਕੀ ਹੈ ਜੋ ਫਿਕਸ ਕਰਦੀ ਹੈ, ਤਾਂ ਉਹ ਆਪਣੀ ਜਿਹੜੀ AR ਤੇ MR ਕਰਵ ਸੀ ਉਹ ਕੀ ਹੁੰਦੀ ਸੀਗੀ? ਐਕਸ ਐਕਸਿਸ ਦੇ ਪੈਰਲਲ ਹੁੰਦੀ ਸੀ। ਲੇਕਿਨ ਹੁਣ ਕੀ ਆ? ਆਪਣੀ ਮੋਨੋਪੋਲੀ ਦੇ ਵਿੱਚ ਕੀ ਆ? ਕਹਿੰਦੇ ਪ੍ਰਾਈਸ ਤੇ ਫੁੱਲ ਕੰਟਰੋਲ ਹੁੰਦਾ, ਤੇ ਜਿਹੜੀ ਆਪਣੀ ਇਨਕਮ ਤੇ ਆਪਣੀ ਐਵਰੇਜ ਰੈਵਨਿਊ ਤੇ ਮਾਰਜਨਲ ਰੈਵਨਿਊ ਕਰਵ ਹੈ ਮੋਨੋਪੋਲੀ ਦੇ ਵਿੱਚ, ਉਹ ਕੀ ਹੋਏਗੀ? ਲੈਫਟ ਟੂ ਰਾਈਟ ਡਾਊਨਵਰਡ ਹੋਏਗੀ, ਜੋ ਕੀ ਦੱਸਦੀ ਹੈ ਸਾਨੂੰ ਕਿ ਪ੍ਰਾਈਸ ਵੱਧ ਹੋਣ ਤੇ ਵਸਤੂ ਦੀ ਡਿਮਾਂਡ ਘਟ ਜਾਏਗੀ, ਤੇ ਪ੍ਰਾਈਸ ਘਟ ਹੋਣ ਤੇ ਵਸਤੂ ਦੀ ਡਿਮਾਂਡ ਵਧੇਗੀ, ਮਤਲਬ ਆਪਣੀ ਜੋ ਇਨਕਮ ਹੈ ਵਧੇਗੀ। ਅੱਗੇ ਹੈ ਕੀਮਤ ਵਿਭੇਦ ਸੰਭਵ ਹੈ, ਪ੍ਰਾਈਸ ਡਿਸਕ੍ਰਿਮੀਨੇਸ਼ਨ। ਕਹਿੰਦੇ ਜਿਹੜਾ ਆਪਣਾ ਮੋਨੋਪੋਲੀ ਹੈ ਉਹਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੋ ਸਕਦਾ ਹੈ। ਪ੍ਰਾਈਸ ਡਿਸਕ੍ਰਿਮੀਨੇਸ਼ਨ ਮੀਨਸ ਕਿਸੇ ਇੱਕ ਵਸਤੂ ਦਾ ਅਲੱਗ-ਅਲੱਗ ਪ੍ਰਾਈਸ। ਤਾਂ ਜਿਹੜਾ ਮੋਨੋਪੋਲੀ ਦੇ ਵਿੱਚ ਇੱਕ ਫਰਮ ਹੈ, ਇੱਕ ਪ੍ਰੋਡਿਊਸਰ ਹੈ, ਇੱਕ ਸੇਲਸਮੈਨ ਹੈ, ਉਹ ਕੀ ਕਰ ਸਕਦਾ? ਆਪਣੇ ਪ੍ਰਾਈਸ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦਾ। ਤਾਂ ਉਹ ਅੱਜ ਕੀ ਕਰ ਸਕਦਾ? ਪ੍ਰੈਜ਼ੈਂਟ ਦੇ ਵਿੱਚ ਆਪਣੇ ਵਸਤੂ ਦੇ ਪ੍ਰਾਈਸਿਸ ਨੂੰ ਇਨਕਰੀਜ਼ ਕਰ ਸਕਦਾ, ਇਨ ਫਿਊਚਰਸ ਆਫਟਰ 3 and 4 days ਉਹ ਡਿਕਰੀਜ਼ ਕਰ ਸਕਦਾ, ਤੇ ਉਹ ਵਿਦ ਅਕੋਰਡਿੰਗ ਟੂ ਟਾਈਮ, ਅਕੋਰਡਿੰਗ ਟੂ ਜਿਓਗ੍ਰਾਫਿਕਲ ਏਰੀਆ, ਅਕੋਰਡਿੰਗ ਟੂ ਪਰਸਨਲ ਡਿਸੀਜਨਸ ਕੀ ਕਰ ਸਕਦਾ? ਆਪਣੀ ਵਸਤੂ ਦੀ ਕੀਮਤ ਨੂੰ ਈਜ਼ੀਲੀ ਕੀਆ ਚੇਂਜ ਕਰ ਸਕਦਾ। ਤਾਂ ਜਿਹੜਾ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੈ ਉਹ ਹੋ ਸਕਦਾ ਹੈ ਮੋਨੋਪੋਲੀ ਦੇ ਵਿੱਚ। ਅੱਗੇ ਬੇਲੋਚਦਾਰ ਮੰਗ, ਇਨ ਇਲਾਸਟਿਕ ਡਿਮਾਂਡ। ਤਾਂ ਜਿਹੜੀ ਮੋਨੋਪੋਲੀ ਦੇ ਵਿੱਚ ਗੁਡਸ ਦੀ ਡਿਮਾਂਡ ਹੁੰਦੀ ਆ, ਜਿਸ ਨੂੰ ਇੱਕ ਪ੍ਰੋਡਿਊਸਰ ਹੈ ਜਿਹੜਾ ਪ੍ਰੋਡਿਊਸ ਕਰਦਾ, ਉਹਦੀ ਡਿਮਾਂਡ ਕੀ ਹੁੰਦੀ ਆ? ਬੇਲੋਚਦਾਰ ਹੁੰਦੀ ਆ। ਬੇਲੋਚਦਾਰ ਮੀਨਸ ਵਸਤੂ ਦੀ ਪ੍ਰਾਈਸ ਦਾ ਡਿਮਾਂਡ ਤੇ ਇੰਨਾ ਇਫੈਕਟ ਨਹੀਂ ਪੈਂਦਾ ਹੈ। ਅਗਰ ਪ੍ਰਾਈਸ ਘਟ ਗਈ ਤਾਂ ਡਿਮਾਂਡ ਇੰਨੀ ਨਹੀਂ ਘਟੇਗੀ, ਅਗਰ ਪ੍ਰਾਈਸ ਵਧ ਗਈ ਤਦ ਵੀ ਡਿਮਾਂਡ ਇੰਨੀ ਨਹੀਂ ਘਟੇਗੀ।
क्यों नहीं घटेगी? क्योंकि इलास्टिक डिमांड है तो उस वस्तु का कोई भी क्लोज सब्सटीट्यूशन नहीं हैगा। जे क्लोज सब्सटीट्यूशन होवे ਤਾਂ ਜਿਹੜੇ ਆਪਣੇ ਕੰਜ਼ਿਊਮਰਸ ਹੁੰਦੇ ਨੇ, ਬਾਇਰਸ ਹੁੰਦੇ ਨੇ, ਉਹ ਕੀ ਕਰਦੇ ਨੇ ਜਦੋਂ ਉਸ ਗੁੱਡ ਦੀ ਪ੍ਰਾਈਸ ਵੱਧ ਜਾਂਦੀ ਹੈ ਤਾਂ ਉਸ ਨੂੰ ਛੱਡ ਕੇ ਉਹ ਉਹਦੇ ਨਾਲ ਦੇ ਨਜ਼ਦੀਕੀ ਪ੍ਰਤੀਸਥਾਪਨ ਗੁੱਡਸ ਦੀ ਡਿਮਾਂਡ ਕਰਨ ਲੱਗ ਜਾਂਦੇ ਨੇ। ਲੇਕਿਨ ਹੁਣ ਇੱਥੇ ਕੀ ਆ, ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੈਗਾ, ਤਦ ਕੀ ਹੁੰਦਾ, ਡਿਮਾਂਡ ਤੇ ਇੰਨਾ ਅਸਰ ਨਹੀਂ ਪੈਗਾ, ਡਿਮਾਂਡ ਉਨੀ ਹੀ ਰਹੇਗੀ ਵਸਤੂ ਦੀ ਕੀਮਤ ਘਟਣ ਵਧਣ ਦੇ ਨਾਲ, ਤਦ ਪ੍ਰੋਫਿਟ ਜ਼ਿਆਦਾ ਹੋਏਗਾ। ਅੱਗੇ ਕੋ ਵਸਤੂ ਦੀ ਪੂਰਤੀ ਤੇ ਪੂਰਨ ਨਿਯੰਤਰਣ, ਇੱਥੇ ਇੱਕ ਫਰਮ ਦਾ ਕੀ ਹੁੰਦਾ, ਵਸਤੂ ਦੀ ਜਿਹੜੀ ਸਪਲਾਈ ਹੈ ਉਹ ਤੇ ਕੀ ਹੁੰਦਾ, ਫੁੱਲ ਕੰਟਰੋਲ ਹੁੰਦਾ ਹੈ, ਫੁੱਲ ਕੰਟਰੋਲ ਰੱਖ ਸਕਦਾ ਉਹ, ਠੀਕ ਹੈ, ਆਪਣੀ ਇੱਕ ਫਰਮ ਵਸਤੂ ਦੀ ਸਪਲਾਈ ਨੂੰ ਅਕੋਰਡਿੰਗ ਟੂ ਡਿਮਾਂਡ ਇਨਕਰੀਜ਼ ਡਿਕਰੀਜ਼ ਕਰ ਸਕਦੇ ਨੇ। ਦੀਰਘਕਾਲੀਨ ਕਾਲ ਦੇ ਵਿੱਚ ਅਸਮਾਨ ਲਾਭ, ਕਹਿੰਦੇ ਦੀਰਘਕਾਲ ਦੇ ਵਿੱਚ ਕੀ ਹੋ ਸਕਦਾ ਹੈ, ਆਪਣਾ ਜੋ ਹੈ ਸੁਪਰਨੋਰਮਲ ਪ੍ਰੋਫਿਟ ਹੋਏਗਾ। ਸੁਪਰਨੋਰਮਲ ਪ੍ਰੋਫਿਟ ਤਦ ਹੋਏਗਾ ਕਿਉਂਕਿ ਕਹਿੰਦੇ ਇੱਕੋ ਫਰਮ ਹੈ ਉਹ ਆਪਣੇ ਗੁड्स ਨੂੰ ਹਾਈ ਡਿਮਾਂਡ ਤੇ ਸੇਲ ਕਰਦੀ ਹੈ ਤੇ ਪ੍ਰਾਈਸਿਸ ਨੂੰ ਵੀ ਇਨਕਰੀਜ਼ ਡਿਕਰੀਜ਼ ਕਰ ਸਕਦੀ ਹੈ, ਕਿਉਂਕਿ ਜਿਹੜੀ ਡਿਮਾਂਡ ਹੈ ਉਹ ਕੀ ਹੈ, ਇਨਇਲਾਸਟਿਕ ਹੈ। ਅੱਗੇ ਵਿੱਚ ਐਬਸੈਂਸ ਆਫ ਸਪਲਾਈ ਕਰਵ रहेगी, ਪ੍ਰਾਈਸ ਮੇਕਰ ਹੁੰਦੀ ਹੈ ਫਰਮ, ਪ੍ਰਾਈਸ ਡਿਸਕ੍ਰਿਮੀਨੇਸ਼ਨ, ਨੋ ਕਲੋਜ਼ ਸਬਸਟੀਟਿਊਸ਼ਨਸ, ਇਹ ਸਾਰੇ ਫੀਚਰਸ ਨੇ ਦੇ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਹਦੇ ਕਾਜ਼ਸ ਐਂਡ ਸੋਰਸਿਸ ਆਫ ਮੋਨੋਪੋਲੀ ਪਾਵਰ ਵੀ ਨੇ। ਮੋਨੋਪੋਲੀ ਪਾਵਰਸ ਦੇ ਵਿੱਚ ਕੀ ਹੁੰਦਾ ਹੈ, ਕਹਿੰਦੇ ਜੋ ਵੀ ਆਪਣੀ ਮੋਨੋਪੋਲੀ ਫਰਮ ਹੁੰਦੀ, ਇੱਕ ਫਰਮ ਹੁੰਦੀ ਹੈ, ਉਹਨੂੰ ਪੇਟੈਂਟ ਰਾਈਟ ਲੈਣਾ ਪੈਂਦਾ। ਪੇਟੈਂਟ ਰਾਈਟ ਲੈਣਾ ਹੁੰਦਾ ਜਦੋਂ ਨਹੀਂ ਕਿਸੇ ਗੁੱਡ ਨੂੰ ਪ੍ਰੋਡਿਊਸ ਕਰਨਾ, ਤਦੋਂ ਗਵਰਨਮੈਂਟ ਤੋਂ ਪੇਟੈਂਟ ਲੈਂਦੀ ਹੈ ਤੇ ਲਾਇਸੈਂਸ ਲੈਂਦੀ ਹੈ। ਗਵਰਨਮੈਂਟ ਪਾਲਿਸੀਜ਼ ਦੇ ਅੰਡਰ ਉਹ ਆਪਣੀ ਪ੍ਰੋਡਕਸ਼ਨ ਨੂੰ ਸਟਾਰਟ ਕਰਦੀ ਆ, ਉਸ ਪਾਲਿਸੀ ਦੇ ਅੰਡਰ ਹੀ ਉਹਨੂੰ ਕੀ ਆ, ਡਾਕੂਮੈਂਟ ਸਾਈਨ ਕਰਨੇ ਪੈਂਦੇ ਨੇ। ਲਿਮਿਟਡ ਪ੍ਰਾਈਸਿੰਗ ਪਾਲਿਸੀ ਅਨਅਫੇਅਰ ਕੰਪੀਟੀਸ਼ਨਸ ਨੂੰ ਉਹ ਕੀ ਆ, ਫੇਸ ਕਰਦੀ ਆ। कैपिटल का साइज वो इंक्रीज डिक्रीज कर सकती है, बिजनेस मर्ज कर सकती है, वो टैक्निकल बैरियर्स होंगे ने, कंट्रोल ओवर रॉ मटीरियल्स ते रॉ मटीरियल्स ते भी ਉਹਦਾ ਕੀ ਹੁੰਦਾ, ਖੁਦ ਦਾ ਕੰਟਰੋਲ ਹੁੰਦਾ ਹੈ। ਇਹ ਸਾਰੇ ਕਾਜ਼ਸ ਨੇ ਮੋਨੋਪੋਲੀ ਦੇ। ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪੋਜੀਸ਼ਨਸ ਅੰਡਰ ਲਾਅ ਆਫ ਰਿਟਰਨਸ। ਲਾਅ ਆਫ ਰਿਟਰਨਸ ਦੇ ਵਿੱਚ ਕੀ ਆ, ਕਹਿੰਦੇ ਕਿਹੜੇ ਕਿਹੜੇ ਲਾਅ ਨੇ ਜਿਹੜੇ ਲਾਅ ਆਫ ਰਿਟਰਨਸ ਤੇ ਲਾਅ ਆਫ ਰਿਟਰਨਸ ਅਪਲਾਈ ਹੁੰਦੇ ਨੇ ਮੋਨੋਪੋਲੀ ਦੇ ਵਿੱਚ। ਮੋਨੋਪੋਲੀ ਦੇ ਵਿੱਚ 3 ਪੋਜੀਸ਼ਨਸ ਨੇ, 3 ਲਾਅਸ ਨੇ, ਜਿਵੇਂ ਕਿ ਤੁਸੀਂ ਪੜ੍ਹੇ ਹੀ ਹੋਣਾ, ਲਾਅ ਆਫ ਵੇਰੀਏਬਲ ਪ੍ਰੋਪੋਰਸ਼ਨ ਐਂਡ ਲਾਅ ਆਫ ਰਿਟਰਨ ਟੂ ਸਕੇਲ, ਰਿਟਰਨ ਟੂ ਫੈਕਟਰ, ਠੀਕ ਹੈ। ਇਹਦੇ ਵਿੱਚ ਲਾਅ ਆਫ ਰਿਟਰਨਸ ਦੀ ਗੱਲ ਕੀਤੀ ਗਈ ਹੈ। ਇੱਥੇ 3 ਟਾਈਪਸ ਆਫ ਲਾਅ ਆਫ ਰਿਟਰਨਸ ਨੇ। ਫਰਸਟ ਇਜ਼ ਇਨਕਰੀਜ਼ਿੰਗ returns and diminishing cost, and second is decreasing returns and increasing cost, and third is constant returns and constant cost। ਤਾਂ ਸਭ ਤੋਂ ਪਹਿਲਾ ਹੈ law of diminishing returns। law of diminishing returns ਸਾਨੂੰ ਕੀ ਦੱਸ ਰਿਹਾ ਹੈ, ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜੇ ਆਪਣੇ laws ਨੇ ਉਹ ਅਫੈਕਟ ਕਰਦੇ ਨੇ ਕਿਸ ਚੀਜ਼ ਨੂੰ, ਰਿਟਰਨਸ ਨੂੰ, ਕਾਸਟ ਨੂੰ। ਤਾਂ ਕਾਸਟ ਤੇ ਰਿਟਰਨਸ ਨੂੰ ਜਦੋਂ ਅਫੈਕਟ ਹੁੰਦੀਆਂ ਨੇ ਤਾਂ ਸਾਡਾ ਰੈਵਨਿਊ ਵੀ ਕੀ ਹੁੰਦਾ, ਅਫੈਕਟ ਹੁੰਦਾ। ਮੋਨੋਪੋਲੀ ਇਕੁਇਲਿਬਰੀਅਮ ਐਂਡ ਲਾਅ ਆਫ ਰਿਟਰਨਸ ਦੇ ਵਿੱਚ ਕੀ ਹੋਏਗਾ, ਮੋਨੋਪੋਲੀ ਇਕੁਇਲਿਬਰੀਅਮ ਦੇ ਵਿੱਚ ਕਦੋਂ ਹੋਏਗੀ, ਜਦੋਂ ਤੱਕ ਜਦ ਤੱਕ ਮੈਕਸਿਮਮ ਪ੍ਰੋਫਿਟ ਗੇਨ ਕਰ ਰਹੀ ਹੋਵੇ, ਠੀਕ ਹੈ, ਜਾਂ ਨਾਰਮਲ ਪ੍ਰੋਫਿਟ ਗੇਨ ਕਰ ਰਹੀ ਹੋਵੇ, ਤਦ ਇੱਕ ਫਰਮ ਮੋਨੋਪੋਲੀ ਵਾਲੀ ਕੀ ਹੁੰਦੀ ਆ, ਇਕੁਇਲਿਬਰੀਅਮ ਦੇ ਵਿੱਚ ਹੁੰਦੀ ਆ। ਤਾਂ ਮੋਨੋਪੋਲੀ ਤੇ ਜਿਹੜੀ ਆਪਣੀਆਂ ਲਾਅ ਆਫ ਰਿਟਰਨਸ ਨੇ, ਲਾਅ ਆਫ ਕਾਸਟ ਹੈ, ਉਹਨੂੰ 2 ਜਿਹੜੀਆਂ ਥਿੰਗਸ ਨੇ ਉਹ ਅਫੈਕਟ ਕਰਦੀਆਂ ਨੇ, ਆਪਣੇ ਪ੍ਰੋਫਿਟਸ ਨੂੰ ਐਂਡ ਆਪਣੇ ਰਿਟਰਨਸ ਨੂੰ, ਆਪਣੀ ਕਾਸਟ ਨੂੰ। ਇਹ 2 ਥਿੰਗਸ ਕਿਹੜੀਆਂ ਨੇ ਜਿਹੜੀਆਂ ਅਫੈਕਟ ਕਰਦੀਆਂ ਨੇ। ਫਰਸਟ ਇਜ਼ ਦਾ ਡਿਮਾਂਡ, elasticity of demand, and second is the effect of law of cost। ਸਭ ਤੋਂ ਪਹਿਲਾਂ elasticity of demand। elasticity of demand ਤੁਹਾਨੂੰ ਪਤਾ ਹੀ ਹੈ ਕਿ 5 types of elasticity of demand ਹੁੰਦੀ ਹੈ, ਠੀਕ ਹੈ। ਡਿਮਾਂਡ ਦੇ ਵਿੱਚ ਜੋ ਵੀ ਚੇਂਜ ਹੈ, ਜੋ ਵੀ elasticity ਆ, ਪ੍ਰਾਈਸ ਚੇਂਜ ਹੋਣ ਦੇ ਨਾਲ, that is called elasticity of demand। ਤਾਂ ਕਿਹੜੀ elasticity of demand ਹੁੰਦੀ ਹੈ, ED, it is the elasticity of demand equal to 0, equal to 1, equal to infinity, greater than 1 and less than 1। ਤਾਂ ਇਹਦੇ ਵਿੱਚ ਕੀ ਹੋਏਗਾ, elasticity of demand ਡਿਪੈਂਡ ਕਰਦੀ ਆ। ਅਗਰ ਤਾਂ ਆਪਣੀ ਜਿਹੜੀ ਡਿਮਾਂਡ ਹੈ ਉਹ ਲੈਸ ਇਲਾਸਟਿਕ ਆ, ਲੈਸ ਇਲਾਸਟਿਕ ਆ ਜਾਂ ਇਨਇਲਾਸਟਿਕ ਆ, ਮਤਲਬ ਪ੍ਰਾਈਸ ਇਨਕਰੀਜ਼ ਡਿਕਰੀਜ਼ ਹੋਣ ਦੇ ਨਾਲ elasticity ਮੀਨਸ ਡਿਮਾਂਡ ਤੇ ਕੋਈ ਵੀ ਇਫੈਕਟ ਨਹੀਂ ਪੈਂਦਾ ਹੈ, ਤਦ ਆਪਾਂ ਪ੍ਰਾਈਸ ਹਾਈ ਕਰਕੇ ਪ੍ਰੋਫਿਟ ਜ਼ਿਆਦਾ ਗੇਨ ਕਰ ਸਕਦੇ ਹਾਂ। ਤਦ ਆਪਾਂ ਸਪਲਾਈ ਵੀ ਇਨਕਰੀਜ਼ ਕਰ ਸਕਦੇ ਹਾਂ ਡਿਮਾਂਡ ਦੇ ਅਕੋਰਡਿੰਗ। ਐਂਡ ਉਸ ਤੋਂ ਬਾਅਦ ਅਗਰ मोर इलास्टिक है तो थोड़ी जी प्राइस चेंज होने के नाल अपनी डिमांड बहुत ज़्यादा अफेक्ट कर जाएगी, डिमांड बहुत ज़्यादा घट जाएगी, जिद मोनोपली की जो फॉर्म है उन्हें की होएगा, लॉस होएगा। तो ये इलास्टिसिटी ऑफ डिमांड अपनी जी है उन प्राइस उन्होंने अफेक्ट कर दिया अपनी प्रॉफिट नू। एंड उस तो बाद सैकेंड इज आ कॉस्ट। कॉस्ट भी अपनी जो है
इफेक्ट्स ऑफ लॉ ऑफ कॉस्ट भी, लॉ ऑफ कॉस्ट, लॉ ऑफ रिटर्न्स भी अफेक्ट करती है अपने प्रॉफिट्स एंड अपने इक्विलिब्रियम। लॉ ऑफ कॉस्ट किਦਾਂ ਕਰਦੀ ਹੈ? ਅਗਰ ਕਾਸਟ ਇਨਕਰੀਜ਼ ਹੋਵੇ, ਮੋਨੋਪੋਲੀ ਦੇ ਵਿੱਚ ਕਿਸੇ ਫਰਮ ਦੀ ਕਾਸਟ ਇਨਕਰੀਜ਼ ਹੋਵੇ ਤਾਂ ਕੀ ਹੁੰਦਾ? ਕਾਸਟ ਇਨਕਰੀਜ਼ ਹੋਣ ਦੇ ਨਾਲ ਆਪਣਾ ਜੋ ਰੈਵਨਿਊ ਹੈ ਉਹ ਘਟ ਜਾਂਦਾ ਹੈ। ਅਗਰ ਕਾਸਟ ਡਿਕਰੀਜ਼ ਹੋਵੇ ਤਾਂ ਰੈਵਨਿਊ ਵੱਧ ਜਾਂਦਾ ਹੈ। ਅਗਰ ਕਾਸਟ ਕਾਂਸਟੈਂਟ ਰਹੇ ਤਾਂ ਰੈਵਨਿਊ ਵੀ ਉਨਾ ਹੀ ਰਹਿੰਦਾ ਜਿੰਨੀ ਕਾਸਟ ਹੁੰਦੀ ਹੈ ਤੇ ਆਪਾਂ ਨੂੰ ਨਾਰਮਲ ਪ੍ਰੋਫਿਟ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਵੀ 3 ਟਾਈਪਸ ਨਾਲ ਜਿਹੜੀ ਕਾਸਟ ਉਹ ਇਨਕਰੀਜ਼ ਡਿਕਰੀਜ਼ ਹੋ ਸਕਦੀ ਹੈ। ਸਭ ਤੋਂ ਪਹਿਲਾਂ ਲਾਅ ਆਫ ਰਿਟਰਨਸ। ਲਾਅ ਆਫ ਰਿਟਰਨਸ ਦੀ ਗੱਲ ਕੀਤੀ ਗਈ ਹੈ। ਲਾਅ ਆਫ ਰਿਟਰਨਸ ਦੇ ਵਿੱਚ combinations with returns ਤੇ cost ਦਾ। the first is a law of diminishing returns। law of diminishing returns ਆਣਗੇ ਤਾਂ it means law of increasing cost। ਇਸ ਦੇ ਵਿੱਚ ਕੀ ਹੈ? ਇਸ ਡਾਇਗਰਾਮ ਦੇ ਵਿੱਚ ਆਪਣੀ ਜਿਹੜੀ cost ਹੈ ਉਹ ਕੀ ਹੋ ਰਹੀ ਹੈ? ਇਨਕਰੀਜ਼ ਹੋ ਰਹੀ ਹੈ। ਮਤਲਬ ਜਦੋਂ ਆਪਾਂ ਇਨਪੁਟਸ ਨੂੰ ਯੂਜ਼ ਕਰ ਰਹੇ ਹਾਂ ਤਾਂ ਸਾਡੇ ਇਨਪੁਟਸ ਜਿੰਨੇ ਲੱਗ ਰਹੇ ਨੇ, ਸਾਡੇ ਜਿਹੜੇ ਰਿਟਰਨਸ ਨੇ ਉਹ ਓਨੇ ਨਹੀਂ ਆ ਰਹੇ, ਸਾਨੂੰ ਆਊਟਪੁੱਟ ਓਨੀ ਨਹੀਂ ਆ ਰਹੀ। ਆਊਟਪੁੱਟ ਸਾਨੂੰ ਇਨਪੁਟਸ ਦੇ ਨਾਲੋਂ ਕੀ ਆ ਰਹੀ ਹੈ? ਘੱਟ ਆ ਰਹੀ ਹੈ। ਅਗਰ ਅਸੀਂ ਇਨਪੁਟਸ 100 ਲਗਾ ਰਹੇ ਹਾਂ ਤਾਂ ਆਊਟਪੁੱਟ ਸਾਡੇ ਕੀ ਹੈ? 50 ਹੈ। ਤਦ ਕੀ ਆ? ਮਤਲਬ ਸਾਡੀ ਕਾਸਟ ਜ਼ਿਆਦਾ ਹੈ। ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ। ਤੇ ਇਨਕਰੀਜ਼ਿੰਗ ਕਾਸਟ ਦੇ ਵਿੱਚ ਜਿਹੜੀਆਂ ਐਵਰੇਜ ਕਾਸਟ, ਰੈਵਨਿਊ ਐਵਰੇਜ ਕਾਸਟ ਕਰਵਸ ਨੇ, ਮਾਰਜਨਲ ਕਾਸਟ ਕਰਵਸ ਨੇ, ਉਹ ਕੀ ਹੋਣਗੀਆਂ? ਲੈਫਟ ਟੂ ਰਾਈਟ ਅਪਵਰਡ ਹੋਣਗੀਆਂ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਇਹ ਡਾਇਗਰਾਮ ਸਾਨੂੰ ਕਿਸ ਚੀਜ਼ ਕੀ ਚੀਜ਼ ਦੱਸ ਰਿਹਾ ਹੈ ਕਿ ਡਿਮਿਨਿਸ਼ਿੰਗ ਰਿਟਰਨਸ ਨੇ, ਆਪਣੀ ਜੋ ARMR ਹੈ ਉਹ ਲੈਸ ਹੋ ਰਹੀ ਹੈ, ਐਵਰੇਜ ਤੇ ਮਾਰਜਨਲ ਰੈਵਨਿਊ ਘਟ ਰਿਹਾ ਹੈ। ਠੀਕ ਹੈ, ਕਿਉਂਕਿ ਇਨਪੁਟਸ ਦੇ ਨਾਲੋਂ ਆਊਟਪੁੱਟ ਘੱਟ ਹੈ। ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ, ਜਦਕਿ ਆਊਟਪੁੱਟ ਦੇ ਨਾਲੋਂ ਇਨਪੁਟਸ ਦੇ ਕਾਸਟ ਜ਼ਿਆਦਾ ਆ ਰਹੀ ਹੈ, ਕਾਸਟ ਸਾਡੀ ਇਨਕਰੀਜ਼ ਹੋ ਰਹੀ ਹੈ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਜਿਸ ਦੇ ਵਿੱਚ ਆਪਾਂ ਨੂੰ ਕਾਸਟ ਪੋਜ਼ਿਟਿਵ ਦਿਖਾਈ ਹੈ, ਕਾਸਟ ਇਨਕਰੀਜ਼ ਹੋ ਰਹੀ ਹੈ ਐਵਰੇਜ ਤੇ ਮਾਰਜਨਲ। ਉਹ ਐਕਸ ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਹੈ ਤੇ ਉਹ ਵਾਈ ਅਕਸ਼ ਤੇ ਕਾਸਟ ਲਿੱਤੀ ਹੋਈ ਹੈ। ਤਾਂ MC is the marginal cost curve and AC is the average cost curve, ਜਿਸ ਨੂੰ ਦੇਖ ਕੇ ਸਾਨੂੰ ਕੀ ਪਤਾ ਲੱਗ ਰਿਹਾ ਹੈ ਕਿ ਦੋਨੇ ਕੀ ਨੇ? ਲੈਫਟ ਟੂ ਰਾਈਟ ਅਪਵਰਡ ਸ਼ਿਫਟ ਹੋ ਰਹੀਆਂ ਨੇ। ਤਾਂ ਇਟਸ ਮੀਨਸ ਕਿ ਆਪਣੀ ਜਿਹੜੀ ਕਾਸਟ ਕਰਵਸ ਨੇ ਇਹ ਦੋਨੇ ਉਹ ਕੀ ਨੇ? ਇਨਕਰੀਜ਼ ਹੋ ਰਹੀਆਂ ਨੇ। AC ਵੀ ਇਨਕਰੀਜ਼ ਹੋ ਰਹੀ ਹੈ, ਐਵਰੇਜ ਕਾਸਟ ਵੀ, ਐਂਡ ਜੋ ਆਪਣੀ ਮਾਰਜਨਲ ਕਾਸਟ ਹੈ, ਜਦੋਂ ਆਪਾਂ ਇੱਕ ਯੂਨਿਟ ਦੀ ਜ਼ਿਆਦਾ ਪ੍ਰੋਡਕਸ਼ਨ ਕਰਦੇ ਹਾਂ ਉਸ ਤੇ ਜੋ ਕਾਸਟ ਆ ਰਹੀ ਹੈ ਉਹ ਵੀ ਆਪਣੀ ਕੀ ਹੋ ਰਹੀ ਹੈ? ਇਨਕਰੀਜ਼ ਹੋ ਰਹੀ ਹੈ। cost ज़्यादा output कट। तो दिस इज द लॉ ऑफ डिमिनिशिंग रिटर्न्स एंड इंक्रीजिंग कास्ट, जिसका अफेक्ट भी की होएगा अपनी मोनोपली ਦੇ ਵਿੱਚ ਇੱਕ ਕੰਜ਼ਿਊਮਰ ਨੂੰ ਕਾਸਟ ਜ਼ਿਆਦਾ ਤੇ ਇੱਕ ਪ੍ਰੋਡਿਊਸਰ ਨੂੰ ਕਾਸਟ ਜ਼ਿਆਦਾ ਤੇ ਰੈਵਨਿਊ ਮਿਸ ਪ੍ਰਾਈਸ ਘੱਟ ਹੋਣ ਕਰਕੇ ਲਾਸ ਹੋ ਸਕਦਾ ਹੈ। The second is a law of increasing returns and decreasing cost। ਇਹਦੇ ਵਿੱਚ ਕੀ ਹੋਏਗਾ? ਜਿਹੜੀ ਆਪਣੀ ਕਾਸਟ ਕਰਵਸ ਨੇ ਉਹ ਲੈਸ ਹੋਣਗੀਆਂ, ਕਾਸਟ ਘੱਟ ਹੁੰਦੀ ਆ। ਮੀਨਸ ਜਦੋਂ ਆਪਾਂ ਇਨਪੁਟਸ 100 ਯੂਜ਼ ਕਰਦੇ ਹਾਂ, ਇਨਪੁਟਸ 100 ਲਗਾਉਂਦੇ ਹਾਂ ਮੋਨੋਪਲੀ ਦੇ ਵਿੱਚ, ਤਾਂ ਆਊਟਪੁੱਟ ਸਾਡੀ ਕੀ ਹੁੰਦੀ ਹੈ? 200 ਆਉਂਦੀ ਹੈ। 200 ਆਉਂਦੀ ਹੈ, ਇਸ ਮੀਨਸ ਇਨਕਰੀਜ਼ਿੰਗ ਰਿਟਰਨਸ। ਇਨਪੁਟਸ ਦੇ ਨਾਲੋਂ ਆਊਟਪੁੱਟ ਕੀ ਆਪਣੀ ਜ਼ਿਆਦਾ ਆਏਗਾ। तब फिर की होएगा? जी कॉस्ट है अपनी पर प्रोडक्ट कॉस्ट वो की होएगी? कटेगी। तो दिस इज अ इंक्रीजिंग रिटर्न्स एंड डिक्रीजिंग कॉस्ट। ठीक है, तो इस लॉ ਦੇ ਵਿੱਚ ਕੀ ਹੋਏਗਾ? ਜਦੋਂ ਇਹ ਲॉ ਆਪਣੀ ਮੋਨੋਪੋਲੀ ਦੇ ਵਿੱਚ ਅਪਲਾਈ ਹੋ ਰਿਹਾ ਹੈ ਤਾਂ ਜਿਹੜੀ ਆਪਣੀ AC ਤੇ MC ਕਰਵ ਹੈ, ਐਵਰੇਜ ਕਾਸਟ ਤੇ ਮਾਰਜਨਲ ਕਾਸਟ ਕਰਵ, ਉਹ ਕੀ ਹੋਏਗੀ? ਲੈਫਟ ਟੂ ਰਾਈਟ ਡਾਊਨਵਰਡ ਹੋਏਗੀ। ਲੈਫਟ ਟੂ ਰਾਈਟ ਡਾਊਨਵਰਡ ਹੋਏਗੀ, ਇਟਸ ਮੀਨਸ कि साड़ी आउटपुट इंक्रीज हो रही है लेकिन साड़ी कॉस्ट डिक्रीज हो रही है। जो तुम देखो तो ओ एक्स अक्ष से अपनी आउटपुट दिखाई हुई है तो ओ वाई अक्ष से कॉस्ट दिखाई हुई है। तो MC इज द मार्जिनल कॉस्ट कर्व एंड AC इज द एवरेज कॉस्ट कर्व, जो कि है अब अप टू लो ਲੈਸ ਹੋ ਰਹੀ ਆ। ਤਾਂ ਇਸ ਤੋਂ ਸਾਨੂੰ ਕੀ ਪਤਾ ਲੱਗ ਰਿਹਾ? ਫਿਰ ਆਪਾਂ ਦੇਖੀਏ ਕਿ ਜਿੰਨੀ ਕਾਸਟ ਘਟੇਗੀ ਆਊਟਪੁੱਟ ਉਨੀ ਹੀ ਕੀ ਆ? ਵੱਧ ਰਹੀ ਹੈ। ਆਊਟਪੁੱਟ ਅਗਰ ਵੱਧ ਰਹੀ ਤਾਂ ਕਾਸਟ ਘਟ ਰਹੀ ਹੈ। ਤਾਂ ਇਟਸ ਮੀਨਸ ਇੰਕਰੀਜ਼ਿੰਗ ਰਿਟਰਨਸ ਐਂਡ ਡਿਕਰੀਜ਼ਿੰਗ ਕਾਸਟ, ਜਿਹਦੇ ਵਿੱਚ ਆਪਣੀ ਫਰਮ ਨੂੰ ਕੀ ਹੋਏਗਾ? ਸੁਪਰ ਨਾਰਮਲ ਪ੍ਰੋਫਿਟ ਹੈ। ਐਂਡ ਉਸ ਤੋਂ ਬਾਅਦ ਸੀਗਾ ਆਪਣਾ ਕਾਂਸਟੈਂਟ ਰਿਟਰਨਸ ਐਂਡ ਕਾਂਸਟੈਂਟ ਕਾਸਟ, ਜਿਹਦੇ ਵਿੱਚ ਕਹਿੰਦੇ ਕੀ ਹੈ? ਜਿੰਨੀ ਆਪਾਂ ਇਨਪੁਟਸ ਲਗਾਉਂਦੇ ਹਾਂ ਮੋਨੋਪੋਲੀ ਵਾਲੀ ਫਰਮ उन्नी ही अपनी आउटपुट होएगी। ठीक है, तो प्राइस ते कॉस्ट के विच भी कोई चेंज नहीं होएगा। प्राइस इक्वल टू कॉस्ट होएगी, AC इज इक्वल टू AR होएगी, MC इज इक्वल टू MR होएगी। तब क्या होएगा? ओनली नॉर्मल। उस तो बाद अजम्पशंस की ने कि अपनी जिहड़ी मोनोपली इक्विलिब्रियम है, मोनोपली इक्विलिब्रियम एंड लॉ ऑफ कॉस्ट ਦੇ ਵਿੱਚ ਆਪਾਂ ਦੇਖਿਆ ਸੀਗਾ ਕਿ मोनोपली ਕਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ। ਇੱਕ ਫਾਰਮ ਆ ਜਿਹੜੀ ਉਹ ਕਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ। ਇਹਦੇ ਲਈ 3 ਬੇਸਿਕ ਮਾਨਤਾਵਾਂ ਨੇ, ਅਜ਼ੰਪਸ਼ਨਸ ਨੇ। ਤਾਂ ਫਰਸਟ ਇਜ਼
कहते अधिकतम लाभ ਜਦੋਂ ਇੱਕ ਫਰਮ ਹੈ ਜਿਹੜੀ अधिकतम ਲਾਭ ਮਿਸ ਪ੍ਰੋਫਿਟ ਮੈਕਸਿਮਾਈਜੇਸ਼ਨ ਵੱਧ ਤੋਂ ਵੱਧ ਪ੍ਰੋਫਿਟ ਲੈ ਰਹੀ ਹੈ ਤਦੋਂ ਉਹ ਇਕੁਇਲਿਬਰੀਅਮ ਦੇ ਵਿੱਚ ਹੋਏਗੀ। ਸੈਕੰਡਲੀ ਨਜ਼ਦੀਕੀ ਪ੍ਰਤੀਸਥਾਪਨ ਦਾ ਨਾ ਹੋਣਾ, ਜਦੋਂ ਕਹਿੰਦੇ ਉਸ ਫਰਮ ਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੈਗਾ, ਸਿਰਫ ਮਾਰਕੀਟ ਦੇ ਵਿੱਚ ਉਹੀ ਇੱਕ ਫਰਮ ਹੈ, ਤਦ ਵੀ ਕੀ ਹੋਏਗੀ ਉਹ ਇਕੁਇਲਿਬਰੀਅਮ ਦੇ ਵਿੱਚ ਹੋਏਗੀ, ਕਿਉਂਕਿ ਪਤਾ ਹੈ ਕਿ ਆਪਾਂ ਜਿਹੜੀ ਡਿਮਾਂਡ ਹੈ ਇਨਇਲਾਸਟਿਕ ਹੈ ਤੇ ਆਪਾਂ ਪ੍ਰਾਈਸ ਈਜ਼ੀਲੀ ਇਨਕਰੀਜ਼ ਡਿਕਰੀਜ਼ ਕਰ ਸਕਦੇ ਹਾਂ, ਜਿਹਦੇ ਥਰੂ ਅਸੀਂ ਪ੍ਰੋਫਿਟ ਆਪਣਾ ਗੇਨ ਕਰ ਸਕਦੇ ਹਾਂ। ਐਂਡ ਫੋਰਥ ਵਿੱਚ ਬਾਜ਼ਾਰ ਵਿੱਚ ਖਰੀਦਦਾਰਾਂ ਦੀ ਸੰਖਿਆ ਦਾ ਜ਼ਿਆਦਾ ਹੋਣਾ, ਤਾਂ ਬਾਜ਼ਾਰ ਦੇ ਵਿੱਚ ਜਿੰਨੇ ਵੀ ਸਾਡੇ ਪ੍ਰੋਡਕਟ ਦੇ ਖਰੀਦਦਾਰ ਨੇ ਉਹਨਾਂ ਦੀ ਜਿਹੜੀ ਕੁਆਂਟੀਟੀ ਉਹ ਕੀ ਆ ਬਹੁਤ ਜ਼ਿਆਦਾ ਹੈ, ਠੀਕ ਹੈ, ਤਾਂ ਡਿਮਾਂਡ ਜ਼ਿਆਦਾ ਹੋਏਗੀ ਜਿਹਦੇ ਕਰਕੇ ਪ੍ਰੋਫਿਟ ਹੋਏਗਾ। ਐਂਡ ਉਸ ਤੋਂ ਬਾਅਦ ਹੈ ਡਿਟਰਮੀਨੇਸ਼ਨ ਆਫ ਪ੍ਰਾਈਸ ਐਂਡ ਇਕੁਇਲਿਬਰੀਅਮ ਅੰਡਰ ਮੋਨੋਪੋਲੀ, ਕਿ ਕਿੱਦਾਂ ਆਪਾਂ ਜਿਹੜਾ ਪ੍ਰਾਈਸ ਹੈ ਉਹ ਫਿਕਸ ਕਰਦੇ ਆ। ਮੋਨੋਪੋਲੀ ਦੇ ਵਿੱਚ ਇੱਕ ਫਰਮ ਕਿੱਦਾਂ ਪ੍ਰਾਈਸ ਫਿਕਸ ਕਰੇਗੀ ਤੇ ਇੱਕ ਫਰਮ ਕਿਵੇਂ ਕਦੋਂ ਇਕੁਇਲਿਬਰੀਅਮ ਦੇ ਵਿੱਚ ਹੋਏਗੀ, ਤਾਂ ਇਹਦੇ ਲਈ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਵੈਰੀ ਸ਼ਾਰਟ ਪੀਰੀਅਡ, ਅੱਗੇ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਸ਼ਾਰਟ ਪੀਰੀਅਡ, ਟੋਟਲ ਰੈਵਨਿਊ ਐਂਡ ਟੋਟਲ ਜਿਹੜੀ ਕਾਸਟ ਅਪਰੋਚ ਹੈ ਉਹ ਦੇਖਾਂਗੇ, ਮਾਰਜਨਲ ਰੈਵਨਿਊ ਐਂਡ ਮਾਰਜਨਲ ਕਾਸਟ ਮੈਥਡ ਦੇਖਾਂਗੇ, ਉਸ ਤੋਂ ਬਾਅਦ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ ਇਨ ਲੌਂਗ ਰਨ। ਦੇਖੋ ਅਸੀਂ ਜਿਹੜਾ ਪ੍ਰਾਈਸ ਡਿਟਰਮੀਨੇਸ਼ਨ ਐਂਡ ਇਕੁਇਲਿਬਰੀਅਮ ਹੈ ਉਹ ਸ਼ਾਰਟ ਰਨ ਤੇ ਲੌਂਗ ਰਨ ਦੋਨੇ ਟਾਈਮ ਪੀਰੀਅਡਸ ਦੇ ਵਿੱਚ ਦੇਖਾਂਗੇ, ਤੇ ਇਹਦੇ ਟੂ ਮੈਥਡਸ ਨੇ ਜਿਹਦੇ ਥਰੂ ਆਪਾਂ ਕਹਿ ਸਕਦੇ ਕਿ ਜਿਹੜੀ ਮੋਨੋਪੋਲੀ ਇਕੁਇਲਿਬਰੀਅਮ ਦੇ ਵਿੱਚ ਹੈ, ਜਾਂ ਪ੍ਰੋਫਿਟ ਨੂੰ ਚੈੱਕ ਕਰਨ ਦੇ ਕਿ ਮੋਨੋਪੋਲੀ ਨੂੰ ਦੇ ਵਿੱਚ ਇੱਕ ਫਰਮ ਨੂੰ ਪ੍ਰੋਫਿਟ ਕਿੰਨਾ ਹੋ ਰਿਹਾ ਕਿੰਨਾ ਨਹੀਂ, ਇਹਦੇ ਲਈ ਟੂ ਅਪਰੋਚਸ ਸਾਨੂੰ ਦੱਸੀਆਂ ਜਾਂਦੀਆਂ ਨੇ ਜਿਹਦੇ ਥਰੂ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਪ੍ਰੋਫਿਟ ਜ਼ਿਆਦਾ ਹੋ ਰਿਹਾ ਜਾਂ ਘੱਟ ਹੋ ਰਿਹਾ। ਤਾਂ ਫਸਟ ਅਪਰੋਚ ਕੀ ਆ अपनी टोटल रेवेन्यू एंड टोटल कॉस्ट अप्रोच, एंड सेकंड है मार्जिनल रेवेन्यू एंड मार्जिनल कॉस्ट मैथड। तो ये दोनों मैथड देखते हैं सब तो पहला, उस तो पहला ਆਪਾਂ शॉर्ट रन ਤੇ लॉन्ग रन ਦੇ ਵਿੱਚ ਕੀ ਦੇਖਦੇ ਹਾਂ ਇਕੁਇਲਿਬਰੀਅਮ ਅੰਡਰ ਮੋਨੋਪੋਲੀ। ਸਭ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਮੋਨੋਪੋਲੀ ਪ੍ਰਾਈਸ ਅੰਡਰ ਵੈਰੀ ਸ਼ਾਰਟ ਪੀਰੀਅਡ, ਕਿ ਮੋਨੋਪੋਲੀ ਦੇ ਵਿੱਚ ਵੈਰੀ ਸ਼ਾਰਟ ਪੀਰੀਅਡ ਦੇ ਵਿੱਚ ਜਿਹੜਾ ਆਪਣਾ ਪ੍ਰਾਈਸ ਹੈ ਉਹ ਕਿੱਦਾਂ ਫਿਕਸ ਕੀਤਾ ਜਾਂਦਾ। ਤੁਸੀਂ ਜਿਵੇਂ ਕਿ ਜਾਣਦੇ ਹੋ ਕਿ ਵੈਰੀ ਸ਼ਾਰਟ ਜਿਹੜਾ ਪੀਰੀਅਡ ਹੈ ਉਹ ਕਿਹੜਾ ਟਾਈਮ ਪੀਰੀਅਡ ਹੈ ਜਿਹਦੇ ਵਿੱਚ ਜਿਹੜੇ ਆਪਾਂ ਆਪਣੇ ਸਾਰੇ ਕਾਸਟ ਫੈਕਟਰ ਆਫ ਪ੍ਰੋਡਕਸ਼ਨਸ ਨੇ, ਲੈਂਡ ਲੇਬਰ ਕੈਪੀਟਲ ਐਂਡ ਐਂਟਰਪ੍ਰੀਨਿਓਰਸ, ਆਪਾਂ ਉਹਨਾਂ ਨੂੰ ਚੇਂਜ ਨਹੀਂ ਕਰ ਸਕਦੇ, ਸਿਰਫ ਕੁਝ ਜਿਹੜੇ ਆਪਣੇ ਫੈਕਟਰਸ ਨੇ ਉਹਨਾਂ ਨੂੰ ਚੇਂਜ ਕਰਕੇ ਆਪਾਂ ਆਪਣੀ ਜਿਹੜੀ ਆਊਟਪੁੱਟ ਉਹਨੂੰ ਇਨਕਰੀਜ਼ ਕਰ ਸਕਦੇ ਹਾਂ। ਤਾਂ ਸ਼ਾਰਟ ਰਨ ਦੇ ਵਿੱਚ ਤੁਹਾਨੂੰ ਦਿਖਾਇਆ ਹੋਇਆ ਹੈ ਕਿ ਸ਼ਾਰਟ ਰਨ ਦੇ ਵਿੱਚ ਨਾ ਤਾਂ ਹੁਣ ਇਹਦੇ ਵਿੱਚ ਕੋਈ ਨਿਊ ਫਰਮਸ ਐਂਟਰ ਕਰੇ ਨਾ ਪੁਰਾਣੀ ਫਰਮ ਛੱਡ ਕੇ ਜਾ ਸਕਦੀ ਹੈ, ਤੇ ਜਿਹੜੀ ਆਪਣੀ ਪ੍ਰਾਈਸ ਡਿਟਰਮੀਨੇਸ਼ਨ ਹੁੰਦੀ ਆ ਉਹ ਇੱਕ ਜਿਹੜੀ ਫਰਮ ਹੈ ਮੋਨੋਪੋਲੀ ਦੇ ਵਿੱਚ ਇੱਕ ਫਰਮ ਹੈ ਉਹੀ ਕਰੇਗੀ, ਕਿਉਂਕਿ ਉਹੀ ਇੰਡਸਟਰੀ ਹੈ, ਤਾਂ ਪ੍ਰਾਈਸ ਦਾ ਪੂਰਾ ਕੰਟਰੋਲ ਕੀ ਹੁੰਦਾ ਇੱਕ ਫਰਮ ਦੇ ਅੰਡਰ ਹੁੰਦਾ ਹੈ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਕਿ ਜਿਹੜੀ ਆਪਣੀ ਫਰਮ ਹੈ ਇੰਡਸਟਰੀ ਹੈ ਉਹ ਆਪਣੇ ਰੈਵਨਿਊ ਤੇ ਡਿਮਾਂਡ ਨੂੰ ਦੇਖਦੇ ਹੋਏ ਕੀ ਕਰੇਗੀ, ਜਿਹੜੀ ਪ੍ਰਾਈਸ ਹੈ ਉਹਨੂੰ ਫਿਕਸ ਕਰੇਗੀ, ठीक है। अगर डिमांड ज़्यादा होएगी तो अपने प्रोडक्ट की प्राइस ज़्यादा रखेगी, अगर मार्केट के विच डिमांड घट होएगी तो वो अपने प्रोडक्ट की जी प्राइस है वो थोड़ी जी रखेगी लैस रखेगी। जिमें कि तुम इस डायग्राम के विच देख ही सकते हो कि जी ए कर्व है वो टोटल रिवेन्यू कर्व है, एंड जो अपनी बी कर्व है वो की दिखा रही है आउटपुट ते कॉस्ट दिखा रही है, ठीक है। एंड फर्स्ट इज द कॉस्ट एंड आउटपुट, दैट जी टी आर कर्व है फर्स्ट ए डायग्राम ਦੇ ਵਿੱਚ that is the total revenue curve, ਠੀਕ ਹੈ, ਜੋ ਸਾਡਾ ਟੋਟਲ ਰਿਵੈਨਿਊ ਸ਼ੋ ਕਰ ਰਹੀ ਹੈ, ਸਾਨੂੰ ਟੋਟਲ ਆਮਦਨ ਇਨਕਮ ਦੱਸ ਰਹੀ ਹੈ ਸਾਡੀ ਜੋ ਆਪਾਂ ਗੁੱਡਸ ਨੂੰ ਸੇਲ ਕਰਕੇ ਸਾਨੂੰ ਮਿਲ ਰਹੀ ਹੈ, ਠੀਕ ਹੈ। ਐਂਡ ਨੀਚੇ ਕੀ ਆ AR ਕਰਵ ਵੀ ਡਾਇਗਰਾਮ ਦੇ ਵਿੱਚ ਐਵਰੇਜ ਰੈਵਨਿਊ ਕਰਵ ਹੈ, ਐਂਡ MR ਕਰਵ ਕੀ ਆ ਮਾਰਜਨਲ ਰੈਵਨਿਊ ਕਰਵ ਹੈ। ਤੁਸੀਂ B ਡਾਇਗਰਾਮ ਦੇਖ ਸਕਦੇ ਹੋ, ਜਿਹੜੀ ਮੋਨੋਪੋਲੀ ਆ ਮੋਨੋਪੋਲੀ ਦੇ ਵਿੱਚ ਜਿਹੜੀ AR ਤੇ MR ਕਰਵ ਕੀ ਹੁੰਦੀ ਆ ਉਹ ਲੈਫਟ ਟੂ ਰਾਈਟ ਕੀ ਹੁੰਦੀ ਆ ਡਾਊਨਵਰਡ, ਲੈਫਟ ਟੂ ਰਾਈਟ ਡਾਊਨਵਰਡ ਹੁੰਦੀ ਹੈ, ਜਦਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ AR ਤੇ MR ਕਰਵ ਸੀਗੀ ਉਹ ਕੀ ਹੁੰਦੀ ਸੀ ਐਕਸ ਐਕਸਿਸ ਦੇ ਪੈਰਲਲ ਹੁੰਦੀ ਸੀ। ਇੱਥੇ ਕੀ ਆ ਐਵਰੇਜ ਤੇ ਮਾਰਜਨਲ ਰੈਵਨਿਊ ਕਰਵ ਕੀ ਆ ਲੈਫਟ ਟੂ ਰਾਈਟ ਡਾਊਨਵਰਡ ਆ। ਤਾਂ ਸਾਨੂੰ ਇਸ ਡਾਇਗਰਾਮ ਦੇ ਵਿੱਚ ਜੋ ਕਿ ਅਸੀਂ ਦੇਖ ਸਕਦੇ ਹਾਂ ਤਾਂ ਜਿਹੜੀ ਸਾਡੀ AR ਤੇ MR ਕਰਵ ਹੈ ਦਿਸ ਇਜ਼ ਆਲਸੋ ਅ ਡਿਮਾਂਡ ਕਰਵ, ਐਵਰੇਜ ਰੈਵਨਿਊ ਕਰਵ ਸਾਡੀ ਡਿਮਾਂਡ ਕਰਵ ਵੀ ਹੈ, ਠੀਕ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਆਪਣੀ AR ਕਰਵ ਹੈ ਉਹ ਕਦੇ ਵੀ ਨਾ ਤਾਂ ਜ਼ੀਰੋ ਹੁੰਦੀ ਹੈ, ਐਵਰੇਜ ਰਿਵੈਨਿਊ ਨਾ ਤਾਂ ਆਪਣਾ ਜ਼ੀਰੋ ਹੁੰਦਾ ਹੈ ਤੇ ਨਾ ਆਪਣਾ ਨੈਗੇਟਿਵ ਹੁੰਦਾ, ਐਵਰੇਜ ਰਿਵੈਨਿਊ ਸਾਡਾ ਹਮੇਸ਼ਾ ਪੋਜ਼ਿਟਿਵ ਹੀ ਰਹੇਗਾ, ਜਦਕਿ ਜਿਹੜੀ ਸਾਡੀ ਮਾਰਜਨਲ ਰਿਵੈਨਿਊ ਹੈ ਮਾਰਜਨਲ ਕਰਵ ਹੈ ਉਹ ਕੀ ਆ ਉਹ ਜ਼ੀਰੋ ਵੀ ਹੋ ਸਕਦੀ ਹੈ ਤੇ ਨੈਗੇਟਿਵ ਵੀ ਹੋ ਸਕਦੀ ਹੈ। ਮਾਰਜਨਲ ਰਿਵੈਨਿਊ ਸਾਡਾ ਜ਼ੀਰੋ ਤੇ ਨੈਗੇਟਿਵ ਦੋਨੇ ਕੀ ਆ ਹੋ ਸਕਦਾ ਹੈ। ਤਾਂ ਤੁਸੀਂ B ਡਾਇਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਕਿ ਜਦੋਂ ਆਪਣਾ ਪ੍ਰਾਈਸ OPC ਤੇ ON ਅਸੀਂ ਜਿਹੜੀ ਪ੍ਰੋਡਕਸ਼ਨ ਸੀ ਉਹ ਸੇਲ ਕਰ ਰਹੇ ਸੀਗੇ ਤਾਂ ਸਾਡਾ ਐਵਰੇਜ ਰਿਵੈਨਿਊ ਕੀ ਸੀਗਾ AN ਸੀਗਾ, AN ਸਾਡੀ ਕੀ ਸੀਗੀ ਇਨਕਮ ਸੀਗੀ, ਠੀਕ ਹੈ।
ਤੇ ਸਾਡੀ ਪ੍ਰਾਈਸ OP ਸੀ ਤੇ ਜਿਹੜਾ ਟੋਟਲ ਰੈਵਨਿਊ ਸਾਡਾ ਕੀ ਸੀਗਾ C ਸੀਗਾ, ਮੈਕਸਿਮਮ ਸੀਗਾ। ਮੈਕਸਿਮਮ ਪ੍ਰੋਫਿਟ ਉਦੋਂ ਅਸੀਂ ਅਰਨ ਕਰ ਰਹੇ ਸੀ ਕਿਉਂਕਿ ਪ੍ਰਾਈਸ OP ਐਂਡ ON ਕੁਆਂਟੀਟੀ ਅਸੀਂ ਸੇਲ ਕਰ ਰਹੇ ਸੀ। ਠੀਕ ਹੈ, ਡਿਮਾਂਡ ਸਾਡੀ ਕਿੰਨੀ ਸੀਗੀ, ਇਹ ਸੀਗੀ, ਜ਼ਿਆਦਾ ਸੀਗੀ। ਲੇਕਿਨ ਹੁਣ ਜਦੋਂ ਡਿਮਾਂਡ ਵੱਧ ਜਾਂਦੀ ਹੈ, ਘਟ ਜਾਂਦੀ ਹੈ, ਡਿਮਾਂਡ ਘਟ, ਪ੍ਰਾਈਸ ਘਟ ਜਾਂਦਾ ਹੈ, ਪ੍ਰਾਈਸ ਘਟ ਕੇ OP ਤੋਂ OP बन रह ਜਾਂਦਾ ਹੈ, ਤਦ ਕੀ ਹੈ ਜਿਹੜੀ ਆਊਟਪੁੱਟ ਹੈ ਗੁड्स ਦੀ ਡਿਮਾਂਡ ਵਧੇਗੀ, A ਤੋਂ B ਹੋ ਜਾਏਗੀ ਤੇ ON ਤੋਂ ON1 प्रोडक्शन ਵਧੇगी। ठीक है, तो जो अपना TR है वो थोड़ा जिहा की हो जाएगा, घट जाएगा। TR क्यों घट जाएगा, क्योंकि प्राइस पहला नालों अपनी की होगी, घट होगी, एवरेज रेवेन्यू घट हो गया तो आउटपुट की डिमांड इनक्रीज होगी। ठीक है, अगर आप चाहिए कि अपनी डिमांड बढ़ रही है तो आप प्राइस बढ़ा सकते हैं, OP1 तो OP शिफ्ट कर सकते हैं, जिन्ना साडा एवरेज रेवेन्यू बढ़ जाएगा डिमांड बढ़न दे नाल, ते डिमांड घटन दे नाल प्राइस घटावांगे, जिहदे थ्रू क्वांटिटी बढ़ जाएगी ते अपना TR थोड़ा जिहा घटेगा। जैसे कि प्राइस अंडर वेरी शॉर्ट पीरियड। उसके बाद मोनोपोली प्राइस डिटरमिनेशन अंडर शॉर्ट पीरियड, टोटल रिवेन्यू एंड टोटल कॉस्ट अप्रोच। सब तो पहला ਅਸੀਂ ਦੇਖਦੇ ਹਾਂ ਜਿਹੜਾ ਆਪਣਾ ਮੋਨੋਪੋਲੀ ਇਕੁਇਲਿਬਰੀਅਮ ਹੈ ਕਿ ਮੋਨੋਪੋਲੀ ਦੇ ਵਿੱਚ ਆਪਾਂ ਇੱਕ ਫਰਮ ਇਕੁਇਲਿਬਰੀਅਮ ਦੇ ਵਿੱਚ ਉਦੋਂ ਹੁੰਦੀ ਹੈ ਜਦੋਂ ਮੈਕਸਿਮਮ ਪ੍ਰੋਫਿਟ ਗੇਨ ਅਰਨ ਕਰਦੀ ਹੈ ਜਾਂ ਫਿਰ ਸਿਰਫ ਨਾਰਮਲ ਪ੍ਰੋਫਿਟ ਹੁੰਦਾ ਹੈ ਉਹਨੂੰ, ਜਾਂ MC MR ਹੁੰਦੀ ਹੈ। ਤਾਂ ਫਰਸਟ ਮੈਥਡ ਹੈ अपने टोटल रिवेन्यू मीनस अपने टोटल रिवेन्यू तो टोटल कॉस्ट में चेक करने का, या फिर अपने प्रॉफिट में चेक करने का। प्रॉफिट ਆਪਾਂ ਪਾਈ ਦੇ ਨਾਲ ਡਿਨੋਟ ਕਰਦੇ ਆ। प्रॉफिट ਕੀ ਹੁੰਦਾ, प्रॉफिट इज इक्वल टू TR माइनस TC, टोटल रिवेन्यू माइनस टोटल कॉस्ट। अगर आप अपने रिवेन्यू ਦੇ ਵਿੱਚੋਂ ਜੋ ਵੀ ਕਾਸਟ ਆਈ ਆ प्रोडक्शन ਤੇ ਉਹਨੂੰ माइनस कर देवांगे ਤਾਂ जो ਸਾਡੇ ਕੋਲ ਬਚੇਗਾ दैट इज कॉल्ड प्रॉफिट। ठीक है, तो प्रॉफिट को मेजर करने का फर्स्ट मैथड है टोटल रिवेन्यू एंड टोटल कॉस्ट अप्रोच। तो तुम इस डायग्राम के देख सकते हो जी अपनी TR कर्व है, दिस इज अ टोटल रिवेन्यू कर्व, एंड TC कर्व अपनी जी दिस इज अ टोटल कॉस्ट कर्व। ठीक है, एंड नीचे जो अपनी TP कर्व है दिस इज अ टोटल प्रॉफिट ऑफ मोनोपोली। तो सब तो पहला तुम देख सकते हो OX अक्ष से आउटपुट लिखी हुई है एंड OY एक्सिस से रेवेन्यू एंड कॉस्ट लिखी हुई है। TR साडी टोटल रेवेन्यू कर्व एंड TC साडी टोटल कॉस्ट कर्व। TR अपनी ओरिजिन तो स्टार्ट हो रही है, ओरिजिन तो स्टार्ट तब हो रही है कि अपनी इनकम कुछ ना कुछ होएगी ही होएगी, एंड TC अपनी ऊपरों स्टार्ट हो रही है। ठीक है, TR अपनी ओरिजिन तो स्टार्ट हो रही है, जीरो तो स्टार्ट हो रही है। साडी जो तुसी कोई भी जी है गुड्स ਨੂੰ सेल नहीं कर रहे तो साडी जी इनकम है टोटल रिवेन्यू हो गया जीरो आ, लेकिन साडी TC जीरो तो स्टार्ट नहीं हो रही, TC ऊपरों स्टार्ट हो रही है। चाहे असी जीरो गुड की प्रोडक्शन कर रहे हैं, चाहे असी 1 दी, चाहे 2 दी, चाहे 3 दी, साडी जी TC है टोटल कॉस्ट कुछ ना कुछ होएगी होएगी, क्योंकि टोटल कॉस्ट इज द सम ऑफ TFC एंड TVC। द टोटल वेरिएबल कॉस्ट जीरो हो सकती है लेकिन TFC जीरो नहीं हो सकती, टोटल फिक्स्ड कॉस्ट जीरो नहीं हो सकती, चाहे असी प्रोडक्शन करिए चाहे ना करिए। तब जी साडी TC है वो साडी P तो स्टार्ट हो रही है। ठीक है, OP साडी टोटल कॉस्ट है ते अपना रिवेन्यू जीरो है फर्स्ट ऑफ ऑल, एंड उस तो बाद अपनी जी TC है वो इंक्रीज हो रही है एंड TR भी इंक्रीज हो रही है, लेकिन TC की है वो ज़्यादा है TR ਦੇ ਨਾਲੋਂ। M पॉइंट तो पहला M पॉइंट ਤੇ ਕੀ ਆ, M पॉइंट दिस इज अ इक्विलिब्रियम पॉइंट जिथे TR इज इक्वल टू TC ਆ, ਉੱਥੇ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਮੋਨੋਪੋਲੀ ਦੇ ਵਿੱਚ ਇੱਕ ਫਰਮ ਆ ਉਹ ਕਿਹਦੇ ਵਿੱਚ ਹੈ, ਇਕੁਇਲਿਬਰੀਅਮ ਦੇ ਵਿੱਚ ਹੈ। ਉੱਥੇ M क्योंकि TR इज इक्वल टू TC ਆ, जिन्ना अपनी इनकम हो रही है उन्नी कॉस्ट आ, ते TP टोटल प्रॉफिट उत्थे की है जीरो आ। ਤੇ ਉਸ ਤੋਂ ਪਹਿਲਾਂ M ਪੁਆਇੰਟ ਤੋਂ ਪਹਿਲਾਂ ਜੇ ਅਸੀਂ नीचे C पॉइंट तो पहला TP की गल करिए तो TP टोटल प्रॉफिट अपना की है नैगेटिव के विच है, क्योंकि ऊपर TC ग्रेटर दैन की आ TR है M पॉइंट तो पहला। तो उस तो बाद M पॉइंट तो बाद देखो तुसी M पॉइंट तो बाद जिहड़ी साडी TR है वो इंक्रीज हो रही है एंड जिहड़ी साडी TC और डिक्रीज हो रही है। तो इंक्रीजिंग रिटर्नस एंड डिमिनिशिंग कॉस्ट वाला जो लॉ है उत्थे अप्लाई हो रहा है। तो साडा जिहड़ा प्रॉफिट है वो कितना है, AB प्रॉफिट है, क्योंकि AB जिहड़ी रेवेन्यू है अपनी वो कॉस्ट नालों TC के नालों की है ज़्यादा है। तो नीचे की है TP साडा टोटल प्रॉफिट की शो कर रहा है, फिर C पॉइंट तो बाद D तक पॉजिटिव शो कर रहे हैं। तो E पॉइंट के टोटल प्रॉफिट साडा की है मैक्सिमम है, क्योंकि ऊपर TC ते TR का गैप मैक्सिमम है, TR ग्रेटर दैन TC है। तो टोटल प्रॉफिट साडा E पॉइंट ते मैक्सिमम है, AB टोटल प्रॉफिट है क्योंकि TR ग्रेटर दैन TC है। तो उस तो बाद देखिए कि जी साडी TR है वो डिक्रीज हो रही है N पॉइंट तो बाद, TC इंक्रीज हो रही है।
The N is also इक्विलिब्रियम एंड ब्रेक इवन पॉइंट जितों तक एक फॉर्म मोनोपोली ਦੇ ਵਿੱਚ ਪ੍ਰੋਡਕਸ਼ਨ ਕਰੇਗੀ ਇੱਥੇ ਉਹ ਪ੍ਰੋਡਕਸ਼ਨ ਬੰਦ ਕਰ ਦੇਗੀ ਕਿਉਂਕਿ ਇਸ ਤੋਂ ਬਾਅਦ ਸਾਡੀ TC ਇੰਕਰੀਜ਼ ਹੋ ਰਹੀ ਹੈ ਐਂਡ TR ਡਿਕਰੀਜ਼ ਹੋ ਰਹੀ ਹੈ ਸਾਨੂੰ ਲਾਸ ਹੋਣਾ ਸਟਾਰਟ ਹੋ ਗਿਆ ਹੈ ਤੇ ਨੀਚੇ TP ਸਾਡਾ ਕੀ ਆ ਨੈਗੇਟਿਵ ਦੇ ਵਿੱਚ ਆ ਰਿਹਾ ਹੈ that N point is also equilibrium point, M and N equilibrium point, and AB is a profit, ठीक है, net profit, and नीचे जो E दी है point पे TP है तो maximum profit है, ठीक है, and D point पे फिर किया TP अपनी zero। ਇਹ ਤਾਂ ਸੀਗਾ ਸਾਡਾ ਟੋਟਲ ਰਿਵੈਨਿਊ ਐਂਡ ਟੋਟਲ ਕਾਸਟ ਅਪਰੋਚ ਜਿਹਦੇ ਥਰੂ ਅਸੀਂ ਆਪਣਾ ਪ੍ਰੋਫਿਟ ਦੇਖ ਸਕਦੇ ਹਾਂ ਐਂਡ ਸੈਕੰਡ ਇਜ਼ ਦਾ ਮਾਰਜਨਲ ਰੈਵਨਿਊ ਐਂਡ ਮਾਰਜਨਲ ਕਾਸਟ ਅਪਰੋਚ ਇਹਦੇ ਵਿੱਚ ਕੀ ਆ ਤੁਸੀਂ ਜਿੰਨੇ ਤੁਹਾਨੂੰ ਪਤਾ ਹੈ ਕਿ AR ਤੇ MR ਕਰਵ ਹੈ ਜੋ ਆਪਣੀ ਮੋਨੋਪੋਲੀ ਦੇ ਵਿੱਚ ਉਹ ਕੀ ਹੋਏਗੀ ਲੈਫਟ ਟੂ ਰਾਈਟ ਡਾਊਨਵਰਡ ਹੋਏਗੀ ਨੀਚੇ ਨੂੰ ਹੋਏਗੀ ਤੇ ਇਹਦੀ ਸੈਕੰਡ ਕੰਡੀਸ਼ਨ ਕੀ ਆ ਆਪਣੀ ਇਕੁਇਲਿਬਰੀਅਮ ਦੀ ਕਿ ਜਿਹੜੀ MC ਕਰਵ ਹੈ ਸੇਮ एक ਤਾਂ AC इक्वल टू की होएगी एवरेज कॉस्ट इज इक्वल टू एवरेज रिवेन्यू होएगी तब नॉर्मल प्रॉफिट होएगा अगर AR ग्रेटर देन AC होएगी तब सुपर नॉर्मल प्रॉफिट होएगा अगर AR लेस देन AC होएगी एवरेज रिवेन्यू लेस देन एवरेज कॉस्ट होएगी तब लॉस होएगा ਤੇ ਸੈਕੰਡ ਕੰਡੀਸ਼ਨ ਇਸ ਕੀ ਆ ਜੋ ਹਰ ਇੱਕ ਦੇ ਵਿੱਚ ਕੰਡੀਸ਼ਨ ਦੇ ਵਿੱਚ ਅਪਲਾਈ ਹੋ ਰਹੀ ਹੈ ਜਿਹੜੀ MC ਕਰਵ ਹੈ ਉਹ MR ਦੇ ਇਕੁਅਲ ਹੋਣੀ ਚਾਹੀਦੀ ਹੈ ਤੇ ਜਿਹੜੀ MC ਕਰਵ ਹੈ ਉਹ MR ਕਰਵ ਨੂੰ ਨੀਚੇ ਤੋਂ ਕੱਟ ਕਰਦੀ ਹੋਣੀ ਚਾਹੀਦੀ ਹੈ ਠੀਕ ਹੈ ਜਿੱਥੇ MC MR ਆ ਉੱਥੇ ਕੀ ਇਕੁਇਲਿਬਰੀਅਮ ਦੀ ਪੋਜੀਸ਼ਨ ਹੈ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ OX ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਹੈ ਤੇ OY ਅਕਸ਼ ਤੇ ਰੈਵਨਿਊ ਐਂਡ ਕਾਸਟ ਲਿੱਤੀ ਹੋਈ ਹੈ AR ਐਵਰੇਜ ਰੈਵਨਿਊ ਕਰਵ ਐਂਡ MR ਮਾਰਜਨਲ ਰੈਵਨਿਊ ਕਰਵ ਐਵਰੇਜ ਰੈਵਨਿਊ ਤੇ ओरिजिन ਦੇ ਗੱਬੇ MR ਰਹੇਗੀ ठीक है ऊपर अपनी AR रहेगी ਤੇ ਫਰਸਟ ਕੰਡੀਸ਼ਨ ਕੀ ਆ ਕਿ MC MR ਨੂੰ ਨੀਚੇ ਤੋਂ ਕੱਟ ਕਰਨੀ ਚਾਹੀਦੀ ਤਾਂ MC ਨੂੰ ਆਪਾਂ ਡਰਾ ਕਰਾਂਗੇ ਜੋ MR ਨੂੰ ਕਿਸ ਪੁਆਇੰਟ ਤੇ ਕੱਟ ਕਰੇਗੀ E ਪੁਆਇੰਟ ਤੇ ਕੱਟ ਕਰੇਗੀ E ਪੁਆਇੰਟ ਇਜ਼ ਅ ਇਕੁਇਲਿਬਰੀਅਮ ਪੁਆਇੰਟ ਜਿੱਥੇ MC MR ਹੈ ਉੱਥੇ ਇਕੁਇਲਿਬਰੀਅਮ ਪ੍ਰਾਈਸ ਤੇ ਆਊਟਪੁੱਟ ਫਿਕਸ ਹੋਏਗੀ ਤਾਂ ਇਕੁਇਲਿਬਰੀਅਮ ਆਊਟਪੁੱਟ E ਪੁਆਇੰਟ ਤੇ ਜਦੋਂ MC ਨੇ MR ਨੂੰ ਕੱਟ ਕੀਤਾ ਤਾਂ ਇਕੁਇਲਿਬਰੀਅਮ ਆਊਟਪੁੱਟ ਆਪਣੀ OQ ਹੈ ठीक है तो ऊपर की है अपनी जो EA है दिस इज द इक्विलिब्रियम तो इक्विलिब्रियम शो कर रही है जिथे मार्जिनल रेवेन्यू ते मार्जिनल कॉस्ट की ने इक्वल है इस इथे ਜਿਹੜੀ ਹੈ ਆਪਣੀ ਫਰਮ ਹੋ ਕੇ ਦੇ ਵਿੱਚ ਹੋਏਗੀ ਇਕੁਇਲਿਬਰੀਅਮ ਦੇ ਵਿੱਚ ਉਸ ਤੋਂ ਬਾਅਦ ਪ੍ਰਾਈਸ ਡਿਟਰਮੀਨੇਸ਼ਨ ਆਫ ਮੋਨੋਪੋਲੀ ਇਨ ਸ਼ਾਰਟ ਰਨ ਤਾਂ ਪ੍ਰਾਈਸ ਡਿਟਰਮੀਨੇਸ਼ਨ ਸ਼ਾਰਟ ਰਨ ਦੇ ਵਿੱਚ ਆਪਾਂ ਕਿੱਦਾਂ ਦੇਖ ਸਕਦੇ ਕਿ ਮੋਨੋਪੋਲੀ ਦੇ ਵਿੱਚ ਪ੍ਰਾਈਸ ਡਿਟਰਮੀਨੇਸ਼ਨ ਕਿੱਦਾਂ ਹੁੰਦਾ ਤੇ ਇੱਕ ਫਰਮ ਇਕੁਇਲਿਬਰੀਅਮ ਦੇ ਵਿੱਚ ਕਿਵੇਂ ਹੋਏਗੀ ਕਦੋਂ ਹੋਏਗੀ ਸਭ ਤੋਂ ਪਹਿਲਾਂ ਕਹਿੰਦੇ ਮੋਨੋਪੋਲੀ ਦੇ ਵਿੱਚ ਜੋ ਕੋਈ ਵੀ ਫਰਮ ਹੈ ਸ਼ਾਰਟ ਰਨ ਦੇ ਵਿੱਚ ਉਹ 3 ਸਿਚੁਏਸ਼ਨਸ ਦੇ ਵਿੱਚੋਂ ਹੋ ਕੇ ਗੁਜ਼ਰੇਗੀ ਇੱਕ ਤਾਂ ਹੈਗਾ ਉਹ ਜਾਂ ਤਾਂ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਸਕਦੀ ਹੈ ਜਾਂ ਨਾਰਮਲ ਪ੍ਰੋਫਿਟ ਅਰਨ ਕਰ ਸਕਦੀ ਹੈ ਜਾਂ ਫਿਰ ਉਹ ਲਾਸ ਅਰਨ ਕਰ ਸਕਦੀ ਹੈ ਸੁਪਰ ਨਾਰਮਲ ਪ੍ਰੋਫਿਟ ਕਹਿੰਦੇ ਉਹਨੂੰ ਕਿਉਂ ਹੋਏਗਾ ਸੁਪਰ ਨਾਰਮਲ ਪ੍ਰੋਫਿਟ ਕਿਉਂਕਿ ਮਾਰਕੀਟ ਦੇ ਵਿੱਚ ਇੱਕੋ ਫਰਮ ਹੈ ਠੀਕ ਹੈ ਉਹਦੀ ਮੋਨੋਪੋਲੀ ਹੈ ठीक है ਉਹਦੇ ਪ੍ਰੋਡਕਟ ਦੀ ਡਿਮਾਂਡ ਕੀ ਆ ਇਲਾਸਟਿਕ ਹੈ ਚੇਂਜ ਨਹੀਂ ਹੋ ਰਹੀ ਪ੍ਰਾਈਸ ਆਫ ਆਪਣੇ ਅਕੋਰਡਿੰਗ ਇਨਕਰੀਜ਼ ਡਿਕਰੀਜ਼ ਕਰ ਸਕਦਾ ਹੈ ਡਿਮਾਂਡ ਦੇ ਅਕੋਰਡਿੰਗ ਤੇ ਉਸ ਦੀ ਵਸਤੂ ਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੈਗਾ ਇੱਕ ਫਰਮ ਆ ਜਿਹੜੀ ਉਹ ਖੁਦ ਕੀ ਹੁੰਦੀ ਆ ਪ੍ਰਾਈਸ ਮੇਕਰ ਹੁੰਦੀ ਆ ਨਾਟ ਆ ਪ੍ਰਾਈਸ ਟੇਕਰ ਤਾਂ ਸੁਪਰ ਨਾਰਮਲ ਪ੍ਰੋਫਿਟ ਦੱਸਣ ਦੇ ਲਈ ਕਿ ਕਿਹੜੀ ਕੰਡੀਸ਼ਨ ਹੈ ਇਹਦੇ ਲਈ ਕਹਿੰਦੇ ਸੁਪਰ ਨਾਰਮਲ ਪ੍ਰੋਫਿਟ ਕਦੋਂ ਹੋਏਗਾ ਜਦੋਂ ਕਹਿੰਦੇ MC MR ਹੋਏਗਾ ਤੇ MC MR ਨੂੰ ਨੀਚੇ ਤੋਂ ਕੱਟ ਕਰੇਗੀ ਠੀਕ ਹੈ ਤੇ ਉਸ ਤੋਂ ਬਾਅਦ ਥਰਡ ਇਜ਼ ਆ ਜਦੋਂ AR ਗ੍ਰੇਟਰ ਦੈਨ AC ਹੋਏਗੀ ਤਾਂ ਸੁਪਰ ਨਾਰਮਲ ਪ੍ਰੋਫਿਟ ਹੋਏਗਾ ਜਦੋਂ ਫਰਮ ਦਾ ਐਵਰੇਜ ਰੈਵਨਿਊ ਐਵਰੇਜ ਕਾਸਟ ਤੋਂ ਜ਼ਿਆਦਾ ਹੋਏਗਾ ਤਦ ਇੱਕ ਫਰਮ ਕੀ ਕਰੇਗੀ ਸੁਪਰ ਨਾਰਮਲ ਪ੍ਰੋਫਿਟ ਅਰਨ सुपर नॉर्मल प्रॉफिट होएगा क्योंकि कोई भी न्यू फर्म एंटर नहीं कर सकती ठीक है जिवें कि तुसीं इस डायग्राम दे विच देख सकते हो ओ एक्स अक्ष ते सानू आउटपुट दिखाई हुई है ओ वाई अक्ष ते रेवेन्यू एंड कॉस्ट दिखाई हुई है तो सब तो पहले देखो AR एंड MR कर्व AR MR कर्व की ने ऊपर तो नीचे नु डाउन ने लेफ्ट टू राइट डाउनवर्ड ने ठीक है AR ते MR कर्व जो साडा एवरेज रेवेन्यू एंड मार्जिनल रेवेन्यू शो कर रही है ਤਾਂ ਸਭ ਤੋਂ ਫਰਸਟ ਕੰਡੀਸ਼ਨ
कि MC MR ਨੂੰ ਨੀਚੇ ਤੋਂ ਕੱਟ ਕਰੇਗੀ। ਤਾਂ ਫਰਸਟਲੀ MC ਡਰਾ ਕਰਨੀ ਆਪਾਂ ਨੇ ਜੋ MR ਨੂੰ ਕੱਟ ਕਰੇਗੀ E ਪੁਆਇੰਟ ਤੇ। MR ਨੂੰ तो आपने MC ड्रॉ करनी है। MC जो नीचे तो MR नु E पॉइंट ते कट करेगी। E इज द इक्विलिब्रियम पॉइंट, ठीक है, जिथे कहते इक्विलिब्रियम आउटपुट अपनी OM है ते ऊपर अपनी किया AC है। AC अपनी AR तो नीचे रहेगी अगर सुपर नॉर्मल प्रॉफिट है, क्योंकि AR रेवेन्यू ग्रेटर देन AC होना चाहिए। अपने रेवेन्यू अपना कॉस्ट तो ज्यादा शो करना है, तद रेवेन्यू कर्व ऊपर रहेगी तो AC कर्व आप की करांगे AR कर्व तो नीचे ड्रॉ करांगे। तद आपने AC कर्व ड्रॉ की, ठीक है, जो अपनी जी इक्विलिब्रियम कर्व है ओनू B पॉइंट ते कट करेगी ते अपनी जी इक्विलिब्रियम कर्व जो अपने E पॉइंट नोट किया है तो E तो आप अप टू डाउन AR नु टच करांगे अपनी लाइन ते नीचे अपनी M नु टच करांगे, आउटपुट नु टच करांगे। तद फिर जे अपनी जो MC ने MR नु कटिया तो E पॉइंट तो कटती हुई ऊपर AR पॉइंट टू A पॉइंट ते लाइन टच करगी, ठीक है। तद आप देख सकते हैं कि जो साडी एवरेज कॉस्ट है वो कितनी है BM, क्योंकि देखो B किस चीज से है, B पॉइंट किस चीज से है, एवरेज कॉस्ट से है, ठीक है। तो किस के थ्रू कट होया हो, इक्विलिब्रियम के थ्रू कट होया। इक्विलिब्रियम प्राइस अपना कितना OC है, ठीक है, एंड इक्विलिब्रियम प्राइस अपना OP है, ठीक है, क्योंकि OP इज अ प्राइस ता AM इज अ रेवेन्यू, प्राइस इज इक्वल टू रेवेन्यू होएगा। एंड कॉस्ट कितनी अपनी एवरेज कॉस्ट को कितों कट कर रहा BM is the average cost and AM is the average revenue। तब AM माइनस BM जो अपने को बच गया डेट इज AB अपना की होया सुपर नॉर्मल प्रॉफिट होया। AB रेवेन्यू अपना ज्यादा है कॉस्ट से नालों। तब ABCP जो है शेडेड एरिया, दिस इज अ सुपर नॉर्मल प्रॉफिट। एक फर्म इतने सुपर नॉर्मल प्रॉफिट अर्न कर रही है क्योंकि किया AR ग्रेटर देन AC आ, MC इज इक्वल टू MR E पॉइंट ते उतो अपनी जो प्राइस है वो फिक्स हुई है तो जो आउटपुट है वो फिक्स हुई है। आपने फिर एक लाइन ऊपर तक खिंची जो AR नु टच कर रही है A पॉइंट ते एंड AC नु कट कर रही है B पॉइंट ते। जो AC है साडा B पॉइंट तो साडी कॉस्ट नु शो कर रहा है, ठीक है। BM इज अ कॉस्ट एंड रेवेन्यू साडा जो AR ते टच कर रही है AM इज अ रेवेन्यू, टोटल रेवेन्यू, ठीक है। देन ABCP इज अ सुपर नॉर्मल प्रॉफिट, क्योंकि NECT से साडी प्राइस है, कीमत है, रेवेन्यू है वो ज्यादा है कॉस्ट के नालों। तब एक फर्म किया फर्म का रेवेन्यू ज्यादा कॉस्ट के नालों तब ये साडा की होएगा सुपर नॉर्मल प्रॉफिट होएगा, क्योंकि दिस इज अ नेट प्रॉफिट कॉस्ट रेवेन्यू दे विचों कड्डण तो बाद। सैकेंड इज अ नॉर्मल प्रॉफिट, कहते एक मोनोपली दे विच फर्म नॉर्मल प्रॉफिट भी अर्न कर सकती है शॉर्ट पीरियड दे विच। ਤਾਂ ਤੁਸੀਂ नॉर्मल प्रॉफिट कदों होएगा, इस लिए भी 3 बेसिक कंडीशंस कि MC इज इक्वल टू MR, जिथे MC MR ਦੇ ਇਕੁਅਲ ਹੋਏਗੀ ਉਥੇ ਇਕੁਇਲਿਬ੍ਰੀਅਮ ਦੇ ਵਿੱਚ ਹੋਏਗੀ ਫਰਮ। ਜਿਥੇ MC MR ਨੂੰ ਨੀਚੇ ਤੋਂ ਕੱਟ ਕਰੇਗੀ ਉਥੇ ਇਕੁਇਲਿਬ੍ਰੀਅਮ प्राइस ਤੇ ਇਕੁਇਲਿਬ੍ਰੀਅਮ आउटपुट फिक्स होएगी। एंड उस तो बाद थर्ड इज आ जिथे AR इज इक्वल टू AC होएगी उथे एक फर्म नॉर्मल प्रॉफिट ਦੇ ਵਿੱਚ ਹੋਏਗੀ। जिमें कि तुम इस डायग्राम के देख सकते हो वो एक्स अक्ष से आउटपुट दिखाई हुई है, ओ वाई अक्ष से रेवेन्यू एंड कॉस्ट दिखाई हुई है। AR एंड MR इज द एवरेज रेवेन्यू एंड मार्जिनल रेवेन्यू कर्व। सब तो पहला आप की करांगे अपनी जो MC है उन्होंने नीचे तो आप MR नु कट करते हुए ऊपर लेके जावांगे ਤਾਂ E पॉइंट ਤੇ MC MR ਨੂੰ ਕੱਟ ਕਰ ਰਹੀ ਹੈ। ਦਿਸ ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ ਜਿੱਥੇ ਫਰਸਟ ਕੰਡੀਸ਼ਨ ਅਪਲਾਈ ਹੋਗੀ MC ਇਜ਼ ਇਕੁਅਲ ਟੂ MR। ਉਥੋਂ ਇਕੁਇਲਿਬ੍ਰੀਅਮ ਆਪਣੀ ਪ੍ਰਾਈਸ ਉੱਪਰ ਨੂੰ ਕੀ ਫਿਕਸ ਹੋਈ AR ਨੂੰ ਟੱਚ ਕਰਾਂਗੇ OP ਇਜ਼ ਦਾ ਇਕੁਇਲਿਬ੍ਰੀਅਮ ਪ੍ਰਾਈਸ ਐਂਡ OM ਇਜ਼ ਦਾ ਇਕੁਇਲਿਬ੍ਰੀਅਮ ਕੁਆਂਟੀਟੀ ਜੋ ਆਪਾਂ OP ਪ੍ਰਾਈਸ ਤੇ ਸੇਲ ਕਰ ਰਹੇ ਹਾਂ, ਠੀਕ ਹੈ। ਐਂਡ AC ਹੁਣ ਥਰਡ ਕੰਡੀਸ਼ਨ ਕੀ AC ਇਜ਼ ਇਕੁਅਲ ਟੂ AR ਹੋਣੀ ਚਾਹੀਦੀ ਆ। ਤਦ ਆਪਾਂ ਜੋ ਉੱਪਰ ਲਾਈਨ ਲਗਾਵਾਂਗੇ ਉਸ कहते AC AR ਨੂੰ टेंजेंट होनी चाहिए A पॉइंट ਤੇ ਤਾਂ जिन्ना अपना रेवेन्यू है उन्नी ही कॉस्ट है। AC कर्व ना तो AR तो ऊपर है ना ही नीचे है, जबकि सुपर नॉर्मल प्रॉफिट ਦੇ ਵਿੱਚ AC कर्व कॉस्ट कर्व ਸੀ ਜਿਹੜੀ ਉਹ AR ਤੋਂ ਘੱਟ ਸੀ, रेवेन्यू ਤੋਂ ਘੱਟ ਸੀ, नीचे ਸੀ। लेकिन ਹੁਣ ਕੀ ਆ AR AC ਦੇ ਨਾਲ टेंजेंट है, टच कर रही है A पॉइंट ਤੇ, ठीक है, जिथे साडा इक्विलिब्रियम प्राइस ਤੇ क्वांटिटी फिक्स की गई है। तो आप देख सकते हैं कि A पॉइंट ਤੇ जो है
अपना ए सी इजिकल टू ए आर है तो एक फर्म की नॉर्मल प्रॉफिट अर्न कर रही है, क्योंकि ए एम मीन्स ओ पी, ओ पी ते ए एम इज अ एवरेज रेवेन्यू, जिन्नी प्राइस है उन्नी ਉਹਦੀ की है इनकम है। ਤੇ कॉस्ट भी देखो ए पॉइंट ਤੇ अपनी टच कर रही है लाइन, ता कॉस्ट भी की अपनी ए एम ही है, ए एम कॉस्ट ए एम रेवेन्यू, दैट मीन्स कि नॉर्मल प्रॉफिट अर्न कर रही है, जीरो प्रॉफिट है, नो लॉस है, नो सुपर नॉर्मल प्रॉफिट है, ठीक है। डिमांड इक्वल टू सप्लाई, तो दे थिंक फर्म नॉर्मल प्रॉफिट है। देन उसके बाद थर्ड कंडीशन इज जो एक फर्म शॉर्ट ਰਨ ਦੇ ਵਿੱਚ ਫੇਸ ਕਰਦੀ ਹੈ, ਦੈਟ ਇਜ਼ ਅ ਮਿਨੀਮਮ ਲਾਸ। ਕਹਿੰਦੇ ਇੱਕ ਫਰਮ ਨੂੰ ਸ਼ਾਰਟ ਰਨ ਦੇ ਵਿੱਚ ਮਿਨੀਮਮ ਲਾਸ ਵੀ ਹੋ ਸਕਦਾ ਹੈ। ਮਿਨੀਮਮ ਲਾਸ ਕਦੋਂ ਹੋਏਗਾ? ਮਿਨੀਮਮ ਮੀਨਸ ਘੱਟ ਤੋਂ ਘੱਟ ਹਾਨੀ, ਘੱਟ ਤੋਂ ਘੱਟ ਹਾਨੀ ਉਦੋਂ ਹੁੰਦੀ ਹੈ। ਕਹਿੰਦੇ ਦੇਖੋ ਤੁਹਾਨੂੰ ਪਤਾ ਹੈ ਕਿ TC ਟੋਟਲ ਕਾਸਟ ਇਜ਼ ਇਕੁਅਲ ਟੂ TBC ਪਲੱਸ TFC ਹੁੰਦੀ ਆ। ਜਦੋਂ ਇੱਕ ਫਰਮ ਕਹਿੰਦੇ ਆਪਣੀ ਜਿਹੜੀ ਟੋਟਲ ਵੇਰੀਏਬਲ ਕਾਸਟ ਹੈ ਉਹਨੂੰ ਕਵਰ ਕਰ ਰਹੀ ਹੋਵੇ, ਲੇਕਿਨ ਜਦੋਂ ਜਿਹੜੀ TC ਹੈ, ਜਦੋਂ AC ਹੈ ਉਹ ਆਪਣੀ AR ਤੋਂ ਉੱਪਰ ਹੋਵੇ, ਲੇਕਿਨ ਰੀਜ਼ਨ ਕੀ ਹੈ? ਜਦੋਂ ਉਹ ਸਿਰਫ ਲਾਸ ਕਿਹਦਾ ਬੀਅਰ ਕਰ ਰਹੀ ਹੁੰਦੀ ਹੈ? TFC ਦਾ। ਟੋਟਲ ਫਿਕਸਡ ਕਾਸਟ ਹੈ ਜਿਹੜਾ ਸਿਰਫ ਉਹਦਾ ਲਾਸ ਬੀਅਰ ਕਰ ਰਹੀ ਹੁੰਦੀ ਹੈ, ਤਦ ਉਹਨੂੰ ਕੀ ਹੁੰਦਾ? ਮਿਨੀਮਮ ਲਾਸ ਹੁੰਦਾ। ਲੇਕਿਨ ਵੇਰੀਏਬਲ ਕਾਸਟ ਨੂੰ ਉਹ ਕੀ ਆ? ਅਰਨ ਕਰ ਰਹੀ ਹੁੰਦੀ ਹੈ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਹੈ ਤੇ ਉਹ ਵਾਈ ਅਕਸ਼ ਤੇ ਰੈਵਨਿਊ ਐਂਡ ਕਾਸਟ ਲਿੱਤੀ ਹੋਈ ਹੈ। ਤੇ ਜਿਹੜੀ ਸਾਡੀ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਕਰਵ ਹੈ ਉਹ AR ਤੇ M ਆ ਰਿਹਾ ਹੈ। ਸਭ ਤੋਂ ਪਹਿਲਾਂ ਕੀ ਦੇਖਾਂਗੇ ਕਿ ਜਿਹੜੀ ਆਪਣੀ MC है, MR कर्व ਨੂੰ नीचे ਤੋਂ ਕੱਟ ਕਰੇਗੀ E ਪੁਆਇੰਟ ਤੇ। E ਪੁਆਇੰਟ ਇਜ਼ ਅ ਇਕੁਇਲਿਬ੍ਰੀਅਮ ਪੁਆਇੰਟ, ਠੀਕ ਹੈ। ਤੇ ਜਿਹੜੀ ਆਪਣੀ ਇੱਥੇ ਟੂ ਕਰਵਸ ਨੇ, ਇੱਕ ਤਾਂ ਐਵਰੇਜ ਕਾਸਟ ਕਰਵ ਆ, ਇੱਕ ਐਵਰੇਜ ਵੇਰੀਏਬਲ ਕਾਸਟ ਕਰਵ ਹੈ। ਹੁਣ ਜਿਹੜੀ ਐਵਰੇਜ ਕਾਸਟ ਕਰਵ ਹੈ, ਐਵਰੇਜ ਕਾਸਟ ਕਰਵ ਇਜ਼ ਇਕੁਅਲ ਟੂ AFC ਪਲੱਸ ABC। ਤੁਹਾਨੂੰ ਪਤਾ ਹੀ ਹੈ ਕਿ ਇੱਕ ਪ੍ਰੋਡਕਟ ਦੀ ਪ੍ਰੋਡਕਸ਼ਨ ਤੇ ਇੱਕ ਤਾਂ ਫਿਕਸਡ ਕਾਸਟ ਆਏਗੀ, ਇੱਕ ਵੇਰੀਏਬਲ ਕਾਸਟ ਆਏਗੀ। ਤਾਂ ਇੱਥੇ ਦੇਖੋ ਜਿਹੜੀ ਐਵਰੇਜ ਕਾਸਟ ਕਰਵ ਹੈ, दिस इज द टोटल सम अप ऑफ ABC एंड AFC, ठीक है, वो ऊपर है AR कर्व तो। लेकिन जी ABC है एवरेज वेरिएबल कॉस्ट है वो B पॉइंट के टेंजेंट B पॉइंट के टच कर रही है AR कर्व। तो इस तो सानू की पता लग रहा है कि जी एवरेज वेरिएबल कॉस्ट है वो इक्वल एवरेज रेवेन्यू कॉस्ट है, कि जी अपनी साडी एवरेज वेरिएबल कॉस्ट है वो साडी कवर हो रही है, वो साडी जीरो आ। लेकिन जी एवरेज कॉस्ट है वो ज़्यादा है, मतलब एवरेज कॉस्ट ग्रेटर दैन AR है। क्यों ज़्यादा है? दिस इज द गैप बिटवीन द AFC, जी फिक्सड कॉस्ट है सानू ओदा लॉस हो रहा है, जिदे करके साडी AC की है AR तो ऊपर है। तो तुसी देख सकते हो कि जी साडी अपनी एवरेज कॉस्ट है वो AFC असी बेयर कर रहे हैं, AFC कर साडी देनी पै रही है, लॉस है साडा वो। तो BM साडी की है रेवेन्यू है, ठीक है, क्योंकि B पॉइंट ते जिहड़े इक्विलिब्रियम अपनी है इनकम BM है एंड जी कॉस्ट है अपनी AM है, ਜਾਂ फिर BM माइनस AM कितनी कॉस्ट ज़्यादा है? अपनी AB कॉस्ट ज़्यादा है रेवेन्यू के नालों। तो AB कॉस्ट साडी किहड़ी आ? फिक्स्ड कॉस्ट है जो सानू पे करनी पै रही है, जबकि असी वेरिएबल कॉस्ट अपनी बेयर दे रहे हैं। तो AB कॉस्ट द मेन रीजन की एवरेज कॉस्ट ज़्यादा होने का, एवरेज फिक्स कॉस्ट सानू पे करनी पा रही है, तो इत्थे की साडा लॉस है क्योंकि एवरेज कॉस्ट ग्रेटर दैन की आ एवरेज रेवेन्यू। तो कितना लॉस है? AB P1P ਜਿਹੜਾ ਸ਼ੇਡਡ ਏਰੀਆ, ਦਿਸ ਇਜ਼ ਅ ਲਾਸ, ਮਿਨੀਮਮ ਲਾਸ। ਤਾਂ ਇੱਕ ਫਰਮ ਇੱਕ ਮਿਨੀਮਮ ਲਾਸ ਵੀ ਅਰਨ ਕਰ ਸਕਦੀ ਹੈ। ਤਾਂ ਸ਼ਾਰਟ ਰਨ ਦੇ ਵਿੱਚ ਮੋਨੋਪੋਲੀ ਦੇ ਵਿੱਚ ਇੱਕ ਫਰਮ ਸੁਪਰ ਨੋਰਮਲ ਪ੍ਰੋਫਿਟ ਐਂਡ ਮਿਨੀਮਮ ਲਾਸ, ਤਿੰਨੇ ਜਿਹੜੀਆਂ ਸਿਚੁਏਸ਼ਨਸ ਨੇ, ਤਿੰਨੇ ਕੰਡੀਸ਼ਨਸ ਨੇ, ਉਹਨਾਂ ਦੇ ਵਿੱਚੋਂ ਹੋ ਸਕਦੀ ਹੈ। ਐਂਡ ਨੈਕਸਟ ਇਜ਼ ਆ ਇਕੁਇਲਿਬ੍ਰੀਅਮ ਔਰ ਪ੍ਰਾਈਸ ਡਿਟਰਮੀਨੇਸ਼ਨ ਇਨ ਲੌਂਗ ਰਨ। ਲੌਂਗ ਰਨ ਦੇ ਵਿੱਚ ਮੋਨੋਪੋਲੀ ਦੇ ਵਿੱਚ ਹਮੇਸ਼ਾ ਹੀ ਇੱਕ ਫਰਮ ਕੀ ਅਰਨ ਕਰੇਗੀ? ਸੁਪਰ ਨੋਰਮਲ ਪ੍ਰੋਫਿਟ, क्योंकि लॉन्ग रन कहते वो सिचुएशन है जिहदे विच जिहड़े सारे फैक्टर ऑफ प्रोडक्शन होंदे ने वो की होंदे ने वेरीएबल होंदे ने, सबनों आपां इंक्रीज डिक्रीज करके अपनी जिहड़ी आउटपुट है उन्होंने इंक्रीज डिक्रीज कर सकते हैं। तो डिमांड के अकॉर्डिंग आप अपना प्राइस भी चेंज कर सकते हैं, ठीक है, डिमांड ते सप्लाई को एडजस्ट कर सकते हैं लॉन्ग रन दे विच। तां जिहड़ी अपनी मोनोपोली दे विच फर्म है वो हमेशा ही सुपर नॉर्मल प्रॉफिट अर्न करेगी, क्योंकि ਉਹਦੀ ਕੀ ਆ ਮੋਨੋਪੋਲੀ ਆ ਮਾਰਕੀਟ ਦੇ ਵਿੱਚ, ਉਹਦਾ ਇੱਕੋ ਪ੍ਰੋਡਕਟ ਹੈ ਜਿਹਦਾ ਕੋਈ ਵੀ ਕ੍ਰੋਸ ਸਬਸਟੀਟਿਊਸ਼ਨ ਨਹੀਂ ਹੈਗਾ। ਇੱਕ ਫਰਮ ਖੁਦ ਕੀ ਆ ਪ੍ਰਾइस मेकर है, ठीक है, अगर ਉਹਨੂੰ लॉस हो रहा है तदों की करेगी? अपनी सप्लाई कट कर देगी। अगर ਉਹਨੂੰ सुपर नॉर्मल प्रॉफिट हो रहा है तदों अपनी डिमांड और सप्लाई और इंक्रीज कर देगी। तो इस तरह हमेशा एक फर्म की करेगी सुपर नॉर्मल प्रॉफिट होगी।
ਤਾਂ ਤੁਸੀਂ ਦੇਖ ਸਕਦੇ ਹੋ ਕਿ ਲੌਂਗ ਰਨ ਦੇ ਵਿੱਚ ਹਮੇਸ਼ਾ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰੇਗੀ ਤੇ ਇੱਕ ਫਰਮ ਸੁਪਰ ਨਾਰਮਲ ਪ੍ਰੋਫਿਟ ਅਰਨ ਕਰ ਰਹੀ ਹੈ ਮੋਨੋਪੋਲੀ ਦੇ ਵਿੱਚ। ਉਹ ਐਕਸ ਅਕਸ਼ ਤੇ ਆਊਟਪੁੱਟ ਲਿੱਤੀ ਹੋਈ ਹੈ ਤੇ ਉਹ ਵਾਈ ਅਕਸ਼ ਤੇ ਰੈਵਨਿਊ ਐਂਡ ਕਾਸਟ ਲਿੱਤੀ ਹੋਈ ਹੈ। ਤਾਂ ਜਿਹੜੀ ARMR ਕਰਵ ਹੈ ਆਪਣੀ ਐਵਰੇਜ ਰੈਵਨਿਊ ਐਂਡ ਮਾਰਜਨਲ ਰੈਵਨਿਊ ਕਰਵ ਹੈ ਤੇ MC ਲੌਂਗ ਰਨ ਮਾਰਜਨਲ ਕਾਸਟ ਕਰਵ। ਲੌਂਗ ਰਨ ਮਾਰਜਨਲ ਰੈਵਨਿਊ ਕਰਵ ਨੂੰ E ਪੁਆਇੰਟ ਤੇ ਕੱਟ ਕਰੀਏ, E ਇਜ਼ ਦਾ ਇਕੁਇਲਿਬ੍ਰੀਅਮ ਪੁਆਇੰਟ, ਠੀਕ ਹੈ, एंड LC इज द लॉन्ग रन एवरेज कॉस्ट कर्व जो AR कर्व तो नीचे है एवरेज कॉस्ट वाली कर्व, ठीक है। तो इक्विलिब्रियम जी लाइन है अपनी वो B पॉइंट ते AC नु कट कर रही है एंड AR नु A पॉइंट ते, ठीक है। तब इस तो की पता लग रहा है कि अपनी AC लॉन्ग रन दी एवरेज कॉस्ट लेस देन जेडे लॉन्ग रन दी एवरेज रेवेन्यू तो नीचे है, ठीक है। तब AB P एंड साडा सुपर नॉर्मल प्रॉफिट है। सुपर नॉर्मल प्रॉफिट क्यों है? क्योंकि साडी BM है जी वो कॉस्ट है जो LAC लॉन्ग रन एवरेज कॉस्ट को B पॉइंट ते कट करिए लाइन, तब BM इज अ कॉस्ट एंड AM इज अ रेवेन्यू। AB रेवेन्यू ज्यादा है कॉस्ट के नालों, दिस इज अ नेट प्रॉफिट सुपर नॉर्मल प्रॉफिट। तो ਅਸੀਂ कह सकते हैं कि ABP है एक फर्म इतनी सुपर नॉर्मल प्रॉफिट अर्न कर रही है क्योंकि ਉਹਦੀ AR ਤੇ AC ਦੇ ਵਿੱਚ ਗੈਪ ਹੈ, ਐਵਰੇਜ ਰੈਵਨਿਊ ਗ੍ਰੇਟਰ ਦੈਨ ਐਵਰੇਜ ਕਾਸਟ। ਉਸ ਤੋਂ ਬਾਅਦ ਇੱਕ ਕੰਪੈਰੀਜ਼ਨ ਬਿਟਵੀਨ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲੀ। ਕਹਿੰਦੇ ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਵਿੱਚ ਡਿਫਰੈਂਸ ਹੈ ਬਹੁਤ ਜ਼ਿਆਦਾ। ਤਾਂ ਸਭ ਤੋਂ ਪਹਿਲਾਂ ਦੇਖ ਸਕਦੇ ਹੋ ਉਤਪਾਦਕ ਵਸਤੂਆਂ ਪ੍ਰੋਡਕਸ਼ਨ ਦੇ ਬੇਸ ਤੇ ਕਹਿੰਦੇ ਇਹਨਾਂ ਦੇ ਗੁਡਸ ਦੇ ਵਿੱਚ ਡਿਫਰੈਂਸ ਹੈ। ਫਰਸਟ ਇਜ਼ ਦਾ ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੀਆਂ ਫਰਮਸ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਕਹਿੰਦੇ ਹੋਮੋਜੀਨੀਅਸ ਪ੍ਰੋਡਕਟਸ ਹੁੰਦੇ ਨੇ, ਜਿਹੜੇ ਗੁਡਸ ਦੀ ਪ੍ਰੋਡਕਸ਼ਨ ਹੁੰਦੀ ਹੈ ਉਹ ਇੱਕੋ ਤਰ੍ਹਾਂ ਦੇ ਪ੍ਰੋਡਕਟ ਹੁੰਦੇ ਨੇ, ਸੇਮ ਗੁਡਸ ਹੁੰਦੇ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਕਹਿੰਦੇ ਜਿਸ ਗੁਡ ਦੀ ਪ੍ਰੋਡਕਸ਼ਨ ਹੁੰਦੀ ਆ ਉਹ ਗੁਡ ਕੀ ਹੁੰਦੀ ਹੈ, ਡਿਫਰੈਂਟ ਹੁੰਦੀ ਆ, ਉਹਦਾ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ, ਉਹਦੇ ਪੇਟੈਂਟ ਰਾਈਟ ਐਂਡ ਲਾਇਸੈਂਸ ਵਗੈਰਾ ਲਿੱਤਾ ਹੁੰਦਾ ਹੈ। ਤਾਂ ਉਹੀ ਕਹਿੰਦੇ ਮੋਨੋਪੋਲੀ ਦੇ ਵਿੱਚ ਇੱਕੋ ਫਰਮ ਜਿਹਨੇ ਪੇਟੈਂਟ ਲਿੱਤਾ ਹੁੰਦਾ ਹੈ, ਲਾਇਸੈਂਸ ਲਿੱਤਾ ਹੁੰਦਾ, ਉਸ ਗੁੱਡ ਨੂੰ ਪ੍ਰੋਡਿਊਸ ਕਰ ਸਕਦੀ ਆ। ਖਰੀਦਦਾਰ ਅਤੇ ਵਿਕਰੇਤਾਵਾਂ ਦੀ ਸੰਖਿਆ ਕਹਿੰਦੇ ਜਿਹੜਾ ਆਪਣਾ ਪਰਫੈਕਟ ਕੰਪੀਟੀਸ਼ਨ ਹੈ ਉਹਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ, ਬਹੁਤ ਸਾਰੇ ਬਾਇਰਸ ਤੇ ਸੈਲਰਸ ਹੁੰਦੇ ਨੇ ਜੋ ਕਹਿੰਦੇ ਸੇਮ ਤਰ੍ਹਾਂ ਦੇ ਪ੍ਰੋਡਕਟ ਨੂੰ ਸੇਲ ਕਰਦੇ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਸਿਰਫ ਕਹਿੰਦੇ ਇੱਕ ਵਿਕਰੇਤਾ ਹੁੰਦਾ ਹੈ ਲੇਕਿਨ ਖਰੀਦਦਾਰ ਕੀ ਹੁੰਦੇ ਨੇ, ਬਹੁਤ ਜ਼ਿਆਦਾ ਹੁੰਦੇ ਨੇ। ਉਦਯੋਗਾਂ ਵਿੱਚ ਫਰਮਾਂ ਦਾ ਸੁਤੰਤਰ ਦੇਖੋ, ਕਹਿੰਦੇ ਉਦਯੋਗ ਵਿੱਚ ਫਰਮਾਂ ਦਾ ਹੁਣ ਦੇਖੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਬਹੁਤ ਸਾਰੀਆਂ ਫਰਮਸ ਹੁੰਦੀਆਂ ਨੇ, ਉਹੀ ਫਰਮਸ ਮਿਲ ਕੇ ਕੀ ਬਣਾਉਂਦੀਆਂ ਨੇ ਕਿ ਇੰਡਸਟਰੀ ਬਣਾਉਂਦੀਆਂ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਸਿਰਫ ਇੱਕੋ ਫਰਮ ਆ, ਉਹੀ ਇੰਡਸਟਰੀ ਹੁੰਦੀ ਆ। ਕਹਿੰਦੇ ਕੀ ਆ ਜਿਹੜੀਆਂ ਆਪਣੀਆਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹਦੇ ਵਿੱਚ ਜਿਹੜੀ ਇੰਡਸਟਰੀ ਹੁੰਦੀ ਆ, ਇੰਡਸਟਰੀ ਦੇ ਅੰਦਰ ਜਿੰਨੀਆਂ ਵੀ ਫਰਮਸ ਹੁੰਦੀਆਂ ਨੇ ਤਾਂ ਉਹਨਾਂ ਫਰਮਸ ਦੇ ਵਿੱਚ ਕੋਈ ਵੀ ਨਿਊ ਫਰਮਸ ਐਂਟਰ ਕਰ ਸਕਦੀ ਹੈ ਤੇ ਪੁਰਾਣੀ ਫਰਮ ਛੱਡ ਕੇ ਜਾ ਸਕਦੀ ਹੈ। ਲੇਕਿਨ ਮੋਨੋਪੋਲੀ ਦੇ ਵਿੱਚ ਸਿਰਫ ਇੱਕੋ ਫਰਮ ਹੈ, ਉਹਨੇ ਵੀ ਲਾਇਸੈਂਸ ਪੇਟੈਂਟ ਲਿੱਤਾ ਹੋਇਆ ਹੈ ਤਾਂ ਉਹਦੇ ਵਿੱਚ ਕੋਈ ਵੀ ਨਿਊ ਫਰਮਸ ਐਂਟਰ ਨਹੀਂ ਕਰ ਸਕਦੀ, ਸੇਮ ਤਰ੍ਹਾਂ ਦੇ ਗੁਡਸ ਨੂੰ ਪ੍ਰੋਡਿਊਸ ਨਹੀਂ ਕਰ ਸਕਦੀ, ਨਾ ਹੀ ਉਹ ਮੋਨੋਪੋਲੀ ਵਾਲੀ ਫਰਮ ਇੱਕ ਹੀ ਹੈ, ਨਾ ਹੀ ਉਹ ਛੱਡ ਕੇ ਜਾ ਸਕਦੀ। ਅੱਗੇ ਕੀਮਤ ਵਿਭੇਦ, ਪ੍ਰਾਈਸ ਡਿਸਕ੍ਰਿਮੀਨੇਸ਼ਨ। ਜਿਹੜਾ ਆਪਣਾ ਪਰਫੈਕਟ ਕੰਪੀਟੀਸ਼ਨ ਹੈ ਉਹਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਨਹੀਂ ਪਾਇਆ ਜਾਂਦਾ ਕਿਉਂਕਿ ਜਿਹੜੀਆਂ ਫਰਮਸ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਉਹ ਕੀ ਹੁੰਦੀਆਂ ਨੇ, ਪ੍ਰਾਈਸ ਟੇਕਰ ਹੁੰਦੀਆਂ ਨੇ, ਉਹ ਪ੍ਰਾਈਸ ਟੇਕ ਕਰਦੀਆਂ ਨੇ ਕਿਉਂਕਿ ਪ੍ਰਾਈਸ ਮੇਕ ਕੌਣ ਪ੍ਰਾਈਸ ਫਿਕਸ ਕਰਦਾ, ਇੱਕ ਇੰਡਸਟਰੀ ਫਿਕਸ ਕਰਦੀ ਆ। ਲੇਕਿਨ ਮੋਨੋਪੋਲੀ ਦੇ ਵਿੱਚ ਕੀ ਹੁੰਦੀਆਂ ਨੇ, ਜਿਹੜੀਆਂ ਵੀ ਫਰਮਸ ਨੇ ਉਹ ਪ੍ਰਾਈਸ ਮੇਕਰ ਹੁੰਦੀਆਂ ਨੇ, ਉਹ ਪ੍ਰਾਈਸ ਮੇਕ ਕਰਦੀਆਂ ਫਰਮ, ਇੱਕੋ ਫਰਮ ਆਪਣੇ ਪ੍ਰਾਈਸ ਨੂੰ ਖੁਦ ਤੈਅ ਕਰਦੀ ਹੈ। ਤਾਂ ਮੋਨੋਪੋਲੀ ਦੇ ਵਿੱਚ ਕਹਿੰਦੇ ਫਰਮ ਆਪਣੀ ਪ੍ਰਾਈਸ ਨੂੰ ਈਜ਼ੀਲੀ ਚੇਂਜ ਕਰ ਸਕਦੀ ਹੈ, ਆਪਣੇ ਗੁੱਡ ਦੀ ਪ੍ਰਾਈਸ ਨੂੰ ਈਜ਼ੀਲੀ ਚੇਂਜ ਕਰ ਸਕਦੀ ਹੈ ਅਕॉर्डिंग टू डिमांड। अगर डिमांड ਵਧੇਗੀ ਤਾਂ ਆਪਣੇ ਗੁੱਡ ਦੀ ਪ੍ਰਾਈਸ ਨੂੰ ਇਨਕਰੀਜ਼ ਕਰ ਸਕਦੀ ਹੈ, ਅਗਰ ਡਿਮਾਂਡ ਘਟੇਗੀ ਤਾਂ ਆਪਣੇ ਗੁੱਡ ਦੀ ਪ੍ਰਾਈਸ ਨੂੰ ਡਿਕਰੀਜ਼ ਕਰ ਸਕਦੀ ਹੈ। ਲੇਕਿਨ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇਸ ਤਰ੍ਹਾਂ ਨਹੀਂ ਹੋਏਗਾ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜੋ ਪ੍ਰਾਈਸ ਇੰਡਸਟਰੀ ਨੇ ਫਿਕਸ ਕੀਤੀ ਆ ਉਹੀ ਸੇਮ ਪ੍ਰਾਈਸ ਤੇ ਆਪਾਂ ਨੂੰ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਪਏਗਾ। ਅਗਰ ਆਪਾਂ ਆਪਣੇ ਪ੍ਰੋਡਕਟ ਦੀ ਪ੍ਰਾਈਸ ਇਨਕਰੀਜ਼ ਡਿਕਰੀਜ਼ ਕਰਾਂਗੇ ਤਾਂ ਆਪਣੇ ਪ੍ਰੋਡਕਟ ਦੀ ਡਿਮਾਂਡ ਘਟ ਜਾਏਗੀ। ਲਾਭ ਦੀ ਤੁਲਨਾ ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਨਾਲੋਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਸ਼ਾਰਟ ਰਨ ਦੇ ਵਿੱਚ ਨਾਰਮਲ ਪ੍ਰੋਫਿਟ, ਸੁਪਰ ਨਾਰਮਲ ਪ੍ਰੋਫਿਟ ਐਂਡ ਲਾਸ ਤਿੰਨੇ ਹੁੰਦੇ ਨੇ ਐਂਡ ਮੋਨੋਪੋਲੀ ਦੇ ਵਿੱਚ ਵੀ ਸੁਪਰ ਨਾਰਮਲ ਪ੍ਰੋਫਿਟ, ਲਾਸ ਐਂਡ ਨਾਰਮਲ ਪ੍ਰੋਫਿਟ ਤਿੰਨੇ ਹੁੰਦੇ ਨੇ। ਲੇਕਿਨ ਲੌਂਗ ਰਨ ਦੇ ਵਿੱਚ ਕੀ ਆ, ਪਰਫੈਕਟ ਕੰਪੀਟੀਸ਼ਨ ਦੇ ਵਿੱਚ ਸਿਰਫ ਓਨਲੀ ਨਾਰਮਲ ਪ੍ਰੋਫਿਟ ਹੋਏਗਾ, ਨਾਰਮਲ ਪ੍ਰੋਫਿਟ ਹੋਏਗਾ ਕਿਉਂਕਿ ਨਿਊ ਫਰਮਸ ਐਂਟਰ ਕਰ ਸਕਦੀਆਂ ਨੇ, ਪੁਰਾਣੀਆਂ ਫਰਮਾਂ ਲਾਸ ਹੋਣ ਤੇ ਛੱਡ ਕੇ ਜਾਣਗੀਆਂ ਜਿਹਦੇ ਥਰੂ ਆਪਣੀ ਡਿਮਾਂਡ ਘਟੇਗੀ ਵਧੇਗੀ, ਸਪਲਾਈ ਵੀ ਘਟੇਗੀ ਵਧੇਗੀ। ਲੇਕਿਨ ਮੋਨੋਪੋਲੀ ਦੇ ਵਿੱਚ ਹਮੇਸ਼ਾ ਹੀ ਲੌਂਗ ਰਨ ਦੇ ਵਿੱਚ ਕੀ ਹੁੰਦਾ, ਸੁਪਰ ਨਾਰਮਲ ਪ੍ਰੋਫਿਟ ਹੁੰਦਾ। ਇੱਕ ਫਰਮ ਹਮੇਸ਼ਾ ਹੀ ਕੀ ਕਰੇਗੀ,
सुपर नॉर्मल प्रॉफिट मैक्सिमम प्रॉफिट गेन करेगी इन मोनोपोली। अगे पूर्ति वक्त की तुलना कहते जी अपनी परफेक्ट कंपीटिशन है वो डिमांड ते सप्लाई दोनों ही फर्म के अंडर होंगे ने फर्म के अंडर पूर्ति डिमांड से डिपेंड नहीं होंगी पूर्ति फर्म से एग्रीगेट से डिपेंड करती है लेकिन मोनोपोली के कहते पूरी तरह पूर्ति से कंट्रोल किस चीज़ का होता है फर्म का होता है। ਮੰਗ ਵਕਤ ਦੀ ਢਲਾਨ ਹੁਣ ਦੇਖੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਆਪਣੀ ARMR ਕਰਵ ਹੈ ਉਹ ਕੀ ਰਹੇਗੀ ਐਕਸ ਐਕਸਿਸ ਦੇ ਪੈਰਲਲ ਰਹੇਗੀ क्योंकि ARMR कर्व इज आल्सो प्राइस लाइन ठीक है प्राइस कर्व तो प्राइस देखो परफेक्ट कंपटीशन ਵਿੱਚ ਫਿਕਸ ਹੁੰਦੀ ਹੈ डिमांड चाहे इंक्रीज ਹੋਵੇ चाहे डिक्रीज ਹੋਵੇ आउटपुट चाहे ਵਧੇ चाहे घटे ਤਾਂ ਐਕਸ ਐਕਸਿਸ ਦੇ ਪੈਰਲਲ ਹੋਏਗੀ लेकिन ਜਿਹੜੀ ਆਪਣੀ ਮੋਨੋਪੋਲੀ ਹੈ ਉਹਦੇ ਵਿੱਚ AR ਤੇ MR ਜਿਵੇਂ ਆਪਾਂ ਕਿ ਡਾਇਗਰਾਮ ਦੇ ਵਿੱਚ ਦੇਖਿਆ ਸੀਗਾ AR ਤੇ MR ਕਰਵ ਕੀ ਹੋਏਗੀ ਲੈਫਟ ਰਾਈਟ ਡਾਊਨਵਰਡ ਹੋਏਗੀ ਡਾਊਨਵਰਡ ਕਿਉਂ ਹੋਏਗੀ ਕਿਉਂਕਿ ਜਿਹੜੀ ਸਾਡੀ ਪ੍ਰਾਈਸ ਹੈ ਉਹ ਡਿਮਾਂਡ ਤੇ ਟੋਟਲੀ ਡਿਪੈਂਡ ਕਰਦੀ ਹੈ डिमांड इंक्रीज डिक्रीज होने नाल प्राइस भी ਆਪਾਂ इंक्रीज डिक्रीज कर सकते हैं क्योंकि प्राइस कितना कंट्रोल है ਤਾਂ ਕਹਿੰਦੇ ਪ੍ਰਾइस ਘਟਣ ਦੇ ਨਾਲ ਆਪਣੀ ਆਉਟਪੁੱਟ ਘਟ ਜਾਂਦੀ ਹੈ ਠੀਕ ਹੈ ਸਪਲਾਈ ਘਟ ਜਾਂਦੀ ਹੈ ਤਦ ਕਹਿੰਦੇ AR ਤੇ MR ਕੀ ਹੋਏਗੀ ਆਪਣੀ ਮੋਨੋਪੋਲੀ ਦੇ ਵਿੱਚ ਲੈਫਟ ਰਾਈਟ ਡਾਊਨ ਫਰਮਾਂ ਦਾ ਉਦੇਸ਼ ਕਹਿੰਦੇ ਹੁਣ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਵੀ ਕੀ ਹੁੰਦਾ ਹੈ ਮੋਸਟਲੀ ਜਿੰਨੇ ਵੀ ਫਰਮਸ ਨੇ ਉਹਨਾਂ ਦਾ ਮੇਨ ਏਮ ਕੁਛ ਦਾ ਹੁੰਦਾ ਪ੍ਰੋਫਿਟ ਮੈਕਸਿਮਾਈਜੇਸ਼ਨ ਕੁਛ ਦਾ ਹੁੰਦਾ ਗੁੱਡਸ ਦੀ ਸਪਲਾਈ ਕਰਨਾ ਡਿਮਾਂਡ ਜ਼ਿਆਦਾ ਤੋਂ ਜ਼ਿਆਦਾ ਇਨਕਰੀਜ਼ ਕਰਨਾ ਲੇਕਿਨ ਮੋਨੋਪੋਲੀ ਦੇ ਵਿੱਚ ਕੀ ਆ ਹਰ ਇੱਕ ਫਰਮ ਦਾ ਜੋ ਵੀ ਫਰਮ ਹੋਏਗੀ ਉਹਦਾ ਮੇਨ ਮੋਟਿਵ ਕੀ ਹੋਏਗਾ ਉਹਨੇ ਕਿਉਂ ਕਿਸੇ ਅਲੱਗ ਤਰ੍ਹਾਂ ਦੇ ਪ੍ਰੋਡਕਟ ਦੀ ਪ੍ਰੋਡਕਸ਼ਨ ਸਟਾਰਟ ਕੀਤੀ ਹੈ ਪ੍ਰੋਫਿਟ ਮੈਕਸਿਮਾਈਜੇਸ਼ਨ ਉਹ ਹਰ ਇੱਕ ਹਾਲ ਦੇ ਵਿੱਚ ਵੱਧ ਤੋਂ ਵੱਧ ਪ੍ਰੋਫਿਟ ਗੇਨ ਕਰਨਾ ਚਾਹੇਗਾ ਉਸ ਤੋਂ ਬਾਅਦ ਹੈ ਉਤਪਾਦਨ ਦੀ ਤੁਲਨਾ ਕਹਿੰਦੇ ਉਤਪਾਦਨ ਦੀ ਤੁਲਨਾ ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹ ਮੋਨੋਪੋਲੀ ਦੇ ਨਾਲੋਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ ਕਿਉਂਕਿ ਪਰਫੈਕਟ ਕੰਪੀਟੀਸ਼ਨ ਵਿੱਚ ਬਹੁਤ ਸਾਰੀਆਂ ਫਰਮਸ ਹੁੰਦੀਆਂ ਨੇ ਜੋ ਪ੍ਰੋਡਕਸ਼ਨ ਕਰਦੀਆਂ ਨੇ ਲੇਕਿਨ ਮੋਨੋਪੋਲੀ ਦੇ ਵਿੱਚ ਇੱਕੋ ਫਰਮ ਹੈ ਉਹਦੀ ਪ੍ਰੋਡਕਸ਼ਨ ਕਹਿੰਦੇ ਕਿਤੇ ਡਿਪੈਂਡ ਕਰਦੀ ਆ ਡਿਮਾਂਡ ਤੇ ਡਿਪੈਂਡ ਕਰਦੀ ਆ ਅਗਰ ਡਿਮਾਂਡ ਜ਼ਿਆਦਾ ਹੋਏਗੀ ਤਾਂ ਪ੍ਰੋਡਕਸ਼ਨ ਜ਼ਿਆਦਾ ਹੋਏਗੀ ਅਗਰ ਡਿਮਾਂਡ ਘੱਟ ਹੋਏਗੀ ਤਾਂ ਪ੍ਰੋਡਕਸ਼ਨ ਘੱਟ ਹੋਏਗੀ ਦਿਸ ਇਜ਼ ਅ ਡਿਫਰੈਂਸ ਬਿਟਵੀਨ ਦਾ ਡਿਮਾਂਡ ਮੋਨੋਪੋਲੀ ਐਂਡ ਪਰਫੈਕਟ ਉਸ ਤੋਂ ਬਾਅਦ ਹੈ ਪ੍ਰਾਈਸ ਡਿਸਕ੍ਰਿਮੀਨੇਸ਼ਨ ਔਰ ਡਿਸਕ੍ਰਿਮੀਨੇਟਿੰਗ ਮੋਨੋਪੋਲੀ ਇਹ ਇੰਪੋਰਟੈਂਟ ਕੁਐਸਚਨ ਹੈ ਮੋਨੋਪੋਲੀ ਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਵਾਲਾ ਮੋਸਟਲੀ ਪੁੱਛਿਆ ਜਾ ਸਕਦਾ ਕਿ ਵਾਟ ਇਜ਼ ਪ੍ਰਾਈਸ ਡਿਸਕ੍ਰਿਮੀਨੇਸ਼ਨ ਐਂਡ ਡਿਸਕ੍ਰਿਮੀਨੇਟਿੰਗ ਮੋਨੋਪੋਲੀ ਤਾਂ ਇਹਦਾ ਮਤਲਬ ਇਹ ਹੈ ਕਿ ਮੋਨੋਪੋਲੀ ਦੇਖੋ ਮੋਨੋਪੋਲੀ ਦੇ ਵਿੱਚ ਇੱਕ ਪਰਸਨ ਹੈ ਉਸਨੇ ਹੀ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਹੈ ਪ੍ਰਾਈਸ ਤੇ ਉਹਦਾ ਫੁੱਲ ਕੰਟਰੋਲ ਹੁੰਦਾ ਹੈ ਤਾਂ ਜੋ ਆਪਣੇ ਅਕੋਰਡਿੰਗ ਜਦ ਚਾਹੇ ਪ੍ਰਾਈਸ ਨੂੰ ਇਨਕਰੀਜ਼ ਕਰ ਸਕਦਾ ਜਦ ਚਾਹੇ ਪ੍ਰਾਈਸ ਨੂੰ ਡਿਕਰੀਜ਼ ਕਰ ਸਕਦਾ ਅਕੋਰਡਿੰਗ ਟੂ ਅਰ ਚੋਇਸ ਅਕੋਰਡਿੰਗ ਟੂ ਡਿਮਾਂਡ ਤਦ ਪ੍ਰਾਈਸ ਡਿਸਕ੍ਰਿਮੀਨੇਸ਼ਨ ਮੀਨਸ ਪ੍ਰਾਈਸ ਕੀਮਤ ਵਿਭੇਦ ਕੀਮਤ ਦੇ ਵਿੱਚ ਭਿੰਨਤਾ ਵੱਖ-ਵੱਖ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਵੱਖ-ਵੱਖ ਪ੍ਰਾਈਸ ਤੇ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਦਿਸ ਇਜ਼ ਅ ਪ੍ਰਾਈਸ ਡਿਸਕ੍ਰਿਮੀਨੇਸ਼ਨ ਠੀਕ ਹੈ ਤਾਂ ਕੀਮਤ ਵਿਭੇਦ ਦਾ ਅਰਥ ਹੈ ਇੱਕ ਵਸਤੂ ਜਾਂ ਸੇਵਾ ਨੂੰ ਭਿੰਨ-ਭਿੰਨ ਕੀਮਤਾਂ ਤੇ ਵੇਚਣਾ ਹੁਣ ਇੱਕ ਜਦੋਂ ਫਰਮ ਹੈ ਇੱਕ ਪ੍ਰੋਡਿਊਸਰ ਹੈ ਤਾਂ ਉਹ ਕੀ ਕਰੇਗਾ ਡਿਫਰੈਂਟ ਕਸਟਮਰਸ ਨੂੰ ਡਿਫਰੈਂਟ ਪ੍ਰਾਈਸਿਸ ਤੇ ਆਪਣੇ ਪ੍ਰੋਡਕਟ ਨੂੰ ਸੇਲ ਕਰੇਗਾ ਠੀਕ ਹੈ ਤਾਂ ਉਹ ਕੀ ਹੋਏਗਾ ਦਿਸ ਇਜ਼ ਅ ਪ੍ਰਾਈਸ ਡਿਸਕ੍ਰਿਮੀਨੇਸ਼ਨ ਠੀਕ ਹੈ ਮੈਨੂੰ ਅਗਰ ਉਹਨੇ ਗੁੱਡ ਦੇਣੀ ਤਾਂ ਉਹ 20 ਰੁਪਏ ਦੀ ਦੇ ਸਕਦਾ ਕਿਸੇ ਹੋਰ ਕਸਟਮਰਸ ਨੂੰ ਉਹ 30 ਰੁਪਏ ਦੀ ਦੇ ਸਕਦਾ ਅਕੋਰਡਿੰਗ ਟੂ देयर ਬਿਹੇਵੀਅਰ ਉਸ ਤੇ ਡਿਪੈਂਡ ਹੈ ਠੀਕ ਹੈ ਤਾਂ ਇਹ ਜਿਹੜੀ ਆਪਣੀ ਡਿਸਕ੍ਰਿਮੀਨੇਸ਼ਨ ਹੈ ਵੀ ਡਿਫਰੈਂਟ ਟਾਈਪਸ ਦਾ ਹੋ ਸਕਦਾ ਹੈ ਤਾਂ ਇੱਕ ਤਾਂ ਹੁੰਦਾ ਕੀਮਤ ਵਿਭੇਦ ਵੱਖ-ਵੱਖ ਇੱਕੋ ਵਸਤੂ ਨੂੰ ਵੱਖ-ਵੱਖ ਕੀਮਤਾਂ ਦੇ ਵੇਚਣਾ ਅੱਗੇ ਵਿਅਕਤੀਗਤ ਭਿੰਨਤਾ मतलब इको वस्तु ਨੂੰ ਵੱਖ-ਵੱਖ ਵਿਅਕਤੀਆਂ ਦੇ ਵਿੱਚ ਵੇਚਣਾ ਲੇਕਿਨ ਵੱਖ-ਵੱਖ ਕੀਮਤਾਂ ਤੇ ਵੇਚਣਾ ਦਿਸ ਇਜ਼ ਅ ਵਿਅਕਤੀਗਤ ਵਿਕਤਾ ਇੰਡੀਵਿਜੂਅਲ ਡਿਫਰੈਂਸ਼ੀਏਸ਼ਨਸ ਮੀਨਸ ਮੈਨੂੰ ਉਹਨੇ 20 ਰੁਪਏ ਦੀ ਦਿੱਤੀ ਕਿਸੇ ਹੋਰ ਨੂੰ 30 ਰੁਪਏ ਦੀ ਕਿਸੇ ਹੋਰ ਨੂੰ 40 ਰੁਪਏ ਦੀ ਕਹਿੰਦੇ ਦਿਸ ਇਜ਼ ਅ ਵਿਅਕਤੀਗਤ ਭਿੰਨਤਾ ਐਂਡ ਸਥਾਨਿਕ ਭਿੰਨਤਾ ਜਦੋਂ ਜਿਓਗ੍ਰਾਫੀਕਲ ਏਰੀਆ ਤੇ ਆਪਣੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਡਿਪੈਂਡ ਕਰਦਾ ਹੁੰਦਾ ਵੱਖ-ਵੱਖ ਥਾਵਾਂ ਤੇ ਆਪਾਂ ਵੱਖ-ਵੱਖ ਪ੍ਰਾਈਸਿਸ ਤੇ ਗੁੱਡਸ ਨੂੰ ਸੇਲ ਕਰਦੇ ਹਾਂ ਜਿਵੇਂ ਕਿ ਮੇਰੇ ਕੋਲ ਇਹ ਪ੍ਰੋਡਕਟ ਦੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਪਿਆ ਜਾਂ ਫਿਰ ਇਸ ਜਿਓਗ੍ਰਾਫੀਕਲ ਏਰੀਆ ਦੇ ਵਿੱਚ ਇਹ ਮੇਰੀ ਫਰਮ ਲੱਗੀ ਹੋਈ ਹੈ ਮੈਂ ਇੱਥੇ ਪ੍ਰਾਈਸਿਸ ਥੋੜੇ ਜਿਹੇ ਘੱਟ ਰੱਖੂੰਗਾ ਲੇਕਿਨ ਜਿੱਥੇ ਮੇਰੀ ਗੁੱਡਸ ਦੀ ਐਕਸਪੋਰਟ ਹੋ ਰਹੀ ਹੈ ਉੱਥੇ ਮੈਂ ਇਹਨਾਂ ਦੀ ਪ੍ਰਾਈਸਿਸ ਹਾਈ ਰੱਖ ਸਕਦਾ ਹੈ ਕਿਉਂਕਿ ਮੈਨੂੰ ਪਤਾ ਹੈ ਕਿਉਂਕਿ ਉੱਥੇ ਗੁੱਡਸ ਅਵੇਲੇਬਲ ਨਹੀਂ ਹੈਗੀ ਤਦ ਮੈਂ ਜਿਓਗ੍ਰਾਫੀਕਲ ਬੇਸ ਤੇ ਆਪਣੀ ਜੋ ਹੈ ਪ੍ਰਾਈਸਿਸ ਨੂੰ ਇਨਕਰੀਜ਼ ਡਿਕਰੀਜ਼ ਕਰ ਸਕਦਾ ਹੈ ਤੇ ਉਸ ਤੋਂ ਬਾਅਦ ਵਪਾਰ ਜਾਂ ਪ੍ਰਯੋਗ ਵਿਭਿੰਨਤਾ ਦੇ ਬੇਸ ਤੇ ਆਪਾਂ ਬੋਲ ਸਕਦੇ ਹਾਂ ਕਿ ਜਦੋਂ ਆਪਾਂ ਨੇ ਕਿਸੇ ਇੱਕ ਗੁੱਡ ਦੇ ਡਿਫਰੈਂਟ ਯੂਜ਼ਸ ਹੋਣ ਜਿਵੇਂ ਕਿ ਇਲੈਕਟ੍ਰਿਸਿਟੀ ਆ ਅਗਰ ਮੈਨੂੰ ਉਹ ਘਰ ਦੇ ਲਈ ਮੈਂ ਯੂਜ਼ ਕਰਨੀ ਹੈ ਤਾਂ ਮੈਨੂੰ ਥੋੜੀ ਜਿਹੀ ਪ੍ਰਾਈਸਿਸ ਹਾਈ ਪੇ ਕਰਨੇ ਪੈਣਗੇ ਲੇਕਿਨ ਅਗਰ ਮੈਂ ਵਪਾਰ ਦੇ ਲਈ ਕਰਨੀ ਹੈ ਤਾਂ ਉੱਥੇ ਮੈਨੂੰ ਪ੍ਰਾਈਸਿਸ ਥੋੜੀ ਜਿਹੀ ਘੱਟ ਪੇ ਕਰਨੇ ਪੈਣਗੇ ਤਾਂ ਇਹ ਤਾਂ ਹੋ ਗਈ ਵਪਾਰ ਜਾਂ ਪ੍ਰਯੋਗ ਦੇ ਆਧਾਰ ਤੇ ਵਿਭਿੰਨਤਾ ਡਿਫਰੈਂਟ ਪ੍ਰਾਈਸਿਸ ਤੇ ਡਿਫਰੈਂਟ ਕਸਟਮਰਸ ਜਾਂ ਡਿਫਰੈਂਟ ਜਿਓਗ੍ਰਾਫੀਕਲ ਏਰੀਆ ਤੇ ਡਿਫਰੈਂਟ ਪ੍ਰਾਈਸਿਸ ਤੇ ਆਪਣੇ ਪ੍ਰੋਡਕਟ ਨੂੰ ਸੇਲ ਕਰਨਾ ਠੀਕ ਹੈ
ਤੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਮੋਨੋਪੋਲੀ ਹੈ ਤਾਂ ਮੋਨੋਪੋਲੀ ਦੇ ਵਿੱਚ ਇੱਕ ਆਪਣਾ ਪ੍ਰੋਡਿਊਸਰਸ ਡਿਫਰੈਂਟ ਪ੍ਰਾਈਸਿਸ ਤੇ ਆਪਣੇ ਗੁੱਡਸ ਨੂੰ ਸੇਲ ਕਰ ਸਕਦੇ ਹਨ, ਜਿਵੇਂ ਕਿ ਇਲੈਕਟ੍ਰਿਸਿਟੀ ਬੋਰਡ ਤੇ ਆਪਣੀ ਗਵਰਨਮੈਂਟ ਦਾ ਕੰਟਰੋਲ ਹੈ, ਆਪਣੀ ਰੇਲਵੇ ਤੇ ਗਵਰਨਮੈਂਟ ਦਾ ਕੰਟਰੋਲ ਹੈ, ਤਦੋਂ ਜਿਵੇਂ ਚਾहे ਤਾਂ ਆਪਣੇ ਪ੍ਰਾਈਸਿਸ ਨੂੰ ਇੰਕਰੀਜ਼ ਡਿਕਰੀਜ਼ ਕਰ ਸਕਦਾ ਹੈ। ਅੱਗੇ डिटर्मिनेशन ऑफ प्राइस एंड आउटपुट अंडर डिस्क्रिमिनेटिंग मोनोपोली कहते ਜਿਹੜੀ ਆਪਣੀ ਡਿਸਕ੍ਰਿਮੀਨੇਟਿੰਗ ਮੋਨੋਪੋਲੀ ਆ ਜਿਹੜਾ ਆਪਣਾ ਕੀਮਤ ਭੇਦ ਮੋਨੋਪੋਲੀ ਦੇ ਵਿੱਚ ਪਾਇਆ ਜਾਂਦਾ ਹੈ, ਤਾਂ ਉਹਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਕਿੱਦਾਂ ਹੁੰਦਾ ਤੇ ਆਊਟਪੁੱਟ ਕਿੱਦਾਂ ਹੁੰਦਾ ਹੈ। ਕਿੱਦਾਂ ਮੋਨੋਪੋਲੀ ਦੇ ਵਿੱਚ ਇੱਕ ਪ੍ਰੋਡਿਊਸਰ ਆ ਜਿਹੜਾ ਇੱਕ ਫਰਮ ਆ ਉਹ ਡਿਸੀਜਨ ਲੈਂਦੀ ਹੈ ਕਿ ਆਪਾਂ ਨੇ ਕਿੰਨਾ ਕੁ ਪ੍ਰਾਈਸ ਫਿਕਸ ਕਰਨਾ ਹੈ ਤੇ ਪ੍ਰਾਈਸ ਕਿਸ ਚੀਜ਼ ਤੇ ਡਿਪੈਂਡ ਆ ਤੇ ਆਊਟਪੁੱਟ ਆਪਾਂ ਨੇ ਕਿੰਨੀ ਕਰਨੀ ਹੈ। ਤਾਂ ਇਹਦੇ ਲਈ 3 ਕੁਐਸਚਨਸ ਨੇ ਜਿਹੜੇ ਉਹ ਰਾਈਜ਼ ਹੁੰਦੇ ਨੇ, ਜਿਨ੍ਹਾਂ ਦੇ ਵਿੱਚੋਂ ਫਰਸਟ ਹੈ ਹਾਊ ਮਚ ਟੂ ਪ੍ਰੋਡਿਊਸ and second is how much to sell in different markets, at what price product will be sold in different markets। ਸਭ ਤੋਂ ਪਹਿਲਾਂ ਮੋਨੋਪੋਲੀ ਦੇ ਵਿੱਚ ਇੱਕ ਫਰਮ ਜਾਂ ਇੱਕ ਪ੍ਰੋਡਿਊਸਰਸ ਦੇ ਲਈ ਇਹ ਡਿਸੀਜਨਸ ਲੈਣੇ ਬਹੁਤ ਔਖੇ ਨੇ ਜਦੋਂ ਉਹਨਾਂ ਨੇ ਬਿਜ਼ਨਸ ਸਟਾਰਟ ਕਰਨਾ ਹੈ। ਸਭ ਤੋਂ ਪਹਿਲਾਂ ਉਹਨੂੰ ਡਿਸੀਜਨ ਲੈਣਾ ਪੈਂਦਾ ਹੈ ਕਿ ਉਹਨੇ ਕਿਸ ਗੁੱਡ ਦੀ ਪ੍ਰੋਡਕਸ਼ਨ ਕਰਨੀ ਹੈ, ਕਿਸ ਪ੍ਰੋਡਕਟ ਦੀ ਪ੍ਰੋਡਕਸ਼ਨ ਕਰਨੀ ਹੈ। जिस प्रोडक्ट की डिमांड मार्केट में ज़्यादा होगी वो उसे गुड को प्रेफरेंस देगा, उसे गुड की करेगा प्रोडक्शन करेगा। तो फर्स्ट क्वेश्चन अराइज होता हाउ मच टू प्रोड्यूस मीनस कितनी क्वांटिटी किसी भी प्रोड्यूसर्स को प्रोड्यूस करनी पैंदी है। उस तो पहला क्वेश्चन कि उन्हें रिच क्लास लिए प्रोड्यूस करना या फिर पुअर क्लास लिए, कमर्शियल गुड्स उन्होंने प्रोड्यूस करनी है या नैसेसिटी गुड प्रोड्यूस करनी है। अगर उन्होंने मेन एम प्रॉफिट मैक्सिमाइजेशन है तो कमर्शियल गुड्स को प्रोड्यूस करेगा। अगर उन्होंने मेन एम सोशल वेलफेयर है, गुड्स को ज़्यादा से ज़्यादा प्रोड्यूस करके लोगों तक पहुँचाना है, तो वो अपनी नैसेसिटी गुड प्रोड्यूस करता। हाउ मच टू प्रोड्यूस तो कितनी क्वांटिटी उन्हें प्रोड्यूस करनी है वो किस चीज़ पर डिपेंड करती है, डिमांड पर डिपेंड करती है। अगर डिमांड ज़्यादा होगी तो वो ज़्यादा प्रोडक्शन करेगा, ज़्यादा सप्लाई होगी। अगर डिमांड घट होगी तो वो घट प्रोडक्शन करेगा। तो इस तो सैकेंड की कॉस्ट पर भी उन्होंने प्रोडक्शन डिपेंड करेगा। अगे सैकेंड क्वेश्चन हाउ मच टू सैल इन डिफरेंट मार्केट्स। डिफरेंट टाइप्स ऑफ मार्केट्स ने जड़ियाँ जिमें कि आप डिफरेंट डिस्ट्रिक्ट्स एंड अपने लोकल एरिया तो दूसरिया डिफरेंट कंट्रीज के भी प्रोडक्ट को सेल करते हैं, तब आपने कितनी प्रोडक्शन किस मार्केट्स के सेल करनी है, होलसेल मार्केट, रिटेल मार्केट्स, ठीक है, लोकल मार्केट्स, तब आप उस अकॉर्डिंग अपने गुड्स की प्रोडक्शन करेंगे। एट वट प्राइस प्रोडक्ट विल बी सोल्ड इन डिफरेंट मार्केट्स। तो जी डिफरेंट मार्केट्स ने तो उन्होंने अपने किस तरह अपने प्रोडक्ट की प्राइस फिक्स करनी है। अगर आप अपने लोकल मार्केट के अपने प्रोडक्ट को सेल कर रहे हैं तो उत्थे अपनी प्राइस थोड़ी जी लैस हो सकती है। लेकिन अगर आपने किसी होर एरिया जियोग्राफिकल एरिया के अपने प्रोडक्ट की सेल करनी है, तब आप थोड़ी जी ट्रांसपोर्ट जी अपनी कॉस्ट जो आप कवर करेंगे तब प्राइसिस थोड़ा जहा की रखा हाई रखा। तो डिफरेंट मार्केट्स, डिफरेंट जियोग्राफिकल एरिया ते डिफरेंट डिमांड्स, डिफरेंट लोकेशंस के अकॉर्डिंग अपनी जी प्राइस होगी डिफरेंट होगी। तो आउटपुट मोस्टली अपनी मोनोपोली के डिमांड पर डिपेंड करेगी। जितनी डिमांड ज़्यादा आउटपुट आप उन्नी ही ज़्यादा। आज का अपना ये वाला टॉपिक इत्थे ही खत्म होंदा। नैक्सट टॉपिक्स के विच आपां करांगे मोनोपोलिस्टिक एंड प्राइस डिस्क्रिमिनेशन इन मोनोपोलिस्टिक एंड इक्विलिब्रियम। तद तक धन्यवाद।